ਜਿਹੜਾ ਰਾਸ਼ਟਰਪਤੀ ਆ ਉਹ ਇੱਕ ਬਹੁਤ ਹੀ ਸਾਡੇ ਦੇਸ਼ ਦੀ ਸਰਵਉੱਚ ਸੰਸਥਾ ਆ। ਰਾਸ਼ਟਰਪਤੀ ਦਾ ਫਰਜ਼ ਬਣਦਾ ਜਦੋਂ ਉਹਨੂੰ ਪਤਾ ਲੱਗਦਾ ਕਿ ਲੋਕ ਵਿਦਰੋਹ ਕਰ ਰਹੇ ਆ ਤੇ ਉਹਦੇ ਕੋਈ ਰਾਈਟ ਹੈਗਾ ਆ, ਉਹ ਕਾਨੂੰਨ ਉਹ ਜਿਹੜਾ ਬਿੱਲ ਹੈਗਾ ਉਹਨੂੰ ਵਾਪਸ ਭੇਜ ਸਕਦਾ ਦੁਬਾਰਾ ਰਾਜ ਸਭਾ ਤੇ ਲੋਕ ਸਭਾ ਵਿੱਚ, ਤਾਂ ਕਿ ਉਹਨੂੰ ਰੀਕਨਸੀਡਰ ਕੀਤਾ ਜਾਵੇ। ਲੇਕਿਨ ਹੁਣ ਦੇ ਹਾਲਾਤ ਮੁਤਾਬਕ ਜਿਹੜਾ ਰਾਸ਼ਟਰਪਤੀ ਆ ਵੀ ਇੱਕ ਰਬੜ ਸਟੈਂਪ ਦੇ ਤੌਰ ਦੇ ਉੱਤੇ ਵਰਤਿਆ ਗਿਆ, ਜਿਹਨੇ ਕਿ ਉਸ ਬਿੱਲ ਨੂੰ ਪਾਸ ਕਰਨ ਲਈ ਕੋਈ ਟਾਈਮ ਨਹੀਂ ਲਾਇਆ, ਬਿੱਲ ਪਾਸ ਕਰਤਾ। ਜਦੋਂ ਹੁਣ ਇਹ ਬਿੱਲ ਪਾਸ ਕੀਤਾ ਜਾਂ ਤਾਂ ਉਹਦੇ ਵਿੱਚ ਗੌਰਮੈਂਟ ਇਹ ਇੱਕ ਕਲੌਜ਼ ਪਾਉਂਦੀ ਕਿ ਜਿਹੜਾ ਅਸੀਂ ਬਿੱਲ ਪਾਸ ਕੀਤਾ ਇਹਦੇ ਵਿੱਚ ਅਸੀਂ MSD ਜਿਹੜੀ ਜਾਰੀ ਰੱਖਾਂਗੇ। ਵਰਬਲੀ ਤਾਂ ਉਹ ਕਹਿ ਰਹੇ ਆ ਕਿ ਅਸੀਂ ਇਹ MSP ਜਿਹੜੀ ਹੈ ਉਹ ਜਾਰੀ ਰੱਖਾਂਗੇ, ਲੇਕਿਨ ਜੇ ਕਾਨੂੰਨ ਪਾਸ ਕੀਤਾ ਤਾਂ ਕਾਨੂੰਨ ਦੇ ਬੇਸ ਉਹ ਗੱਲ ਲਿਖਣ ਦੇ ਕੋਈ ਇਤਰਾਜ਼ ਨਹੀਂ ਸੀ। ਜਦੋਂ ਉਹ ਕਾਨੂੰਨ ਦੇ ਵਿੱਚ ਗੱਲ ਨਹੀਂ ਲਿਖੀ ਗਈ, ਇਟ ਮੀਨਸ ਕਿ ਸਰਕਾਰ ਦਾ ਜਿਹੜਾ ਆ ਉਹ ਮੁਖੌਟਾ ਹੋਰ ਆ ਤੇ ਅੰਦਰੋਂ ਕੁਝ ਹੋਰ ਹੈਗਾ। ਅਸੀਂ ਜਿਹੜੀ ਗੌਰਮੈਂਟਾਂ ਦੀ ਗੱਲ ਕਰਦੇ ਹਾਂ, ਗੌਰਮੈਂਟਾਂ ਦੀ ਜੀ ਆਪੋ ਆਪਣੀਆਂ ਸੀਟਾਂ ਨੂੰ ਪਈਆਂ ਹੋਈਆਂ ਵਾ। ਆਪਾਂ ਇੱਥੇ ਯੂਰਪ ਦੀ ਗੱਲ ਕਰੀਏ, ਹੁਣ ਤੁਸੀਂ ਦੇਖਦੇ ਆ ਮਾਰਕੀਟਾਂ ਦੇ ਵਿੱਚ ਛੱਲੀਆਂ ਦੇ ਪੈਕ ਆਉਂਦੇ ਆ, ਠੀਕ ਹੈ ਜੀ। ਉਹਦਾ ਛੱਲੀਆਂ ਦਾ ਪੈਕ ਆ ਇੱਥੇ ਤੁਹਾਨੂੰ 2 ਰੁਪਏ ਦਾ ਮਿਲਦਾ। ਤੁਸੀਂ ਇੱਥੇ ਪਿੰਡਾਂ 'ਚ ਚਲੇ ਜਾਓ ਜਿੱਥੇ ਮੱਕੀਆਂ ਦੇ ਖੇਤ ਹੈਗੇ ਆ, ਉੱਥੇ ਕੋਈ ਪੁੱਛਦਾ ਨਹੀਂ ਉਹਨਾਂ ਮੱਕੀਆਂ ਨੂੰ, ਠੀਕ ਹੈ ਜੀ। ਇਹ ਕੁਛ ਹੀ ਪੰਜਾਬ 'ਚ ਹੋਣਾ। ਕਾਂਗਰਸ ਤਾਂ ਬੋਲ ਨਹੀਂ ਰਹੀ ਕੁਛ ਵੀ ਕਿਸੇ ਗੱਲ ਦੇ ਮੁੱਦੇ ਤੇ ਕੱਲ੍ਹ ਹੀ ਆ ਉਹ ਆਪਣਾ ਏਜੰਡਾ ਲੈ ਕੇ ਆਉਂਦੇ ਆ ਤਾਂ ਆਪਣਾ ਹੀ ਆਲਾ ਲਾਲਾ ਕਰਾ ਕੇ ਚੱਲ ਜਾਂਦੇ ਆ। ਇਹ ਚੱਠੂ ਬੱਟੇ ਸਾਰੇ ਇੱਕੋ ਆ, ਅਕਾਲੀ ਕਾਂਗਰਸੀ ਸਭ ਚੱਠੂ ਬੱਟੇ ਹੈਗੇ, ਸਾਡੇ ਭਰਾ ਆ, ਸਾਡੇ 'ਚੋਂ ਗਏ ਆ। ਮੈਂ ਤਾਂ ਖੇਤੀ ਕਰਕੇ ਆਇਆ ਨਾ, ਹੁਣ 2-3 ਸਾਲ ਮੈਂ ਉੱਥੇ ਲਾ ਕੇ ਆਇਆ। ਕਿੰਨੀ ਔਖੀ ਆ ਜਿਹੜੀ ਪਰਾਲੀ ਖਤਮ ਕਰਦੇ ਆ, ਫਿਰ ਵੀ ਅਸੀਂ ਉਹਨਾਂ ਦੇ ਨਾਲ ਤੁਰੇ ਆ, ਉਹਨਾਂ ਦੀ ਮੰਨੀ ਆ ਗੱਲ। ਪਰ ਗੌਰਮੈਂਟ ਸਾਡੀ ਕਿਉਂ ਨਹੀਂ ਮੰਨਦੀ? ਹਰ ਗੱਲ ਲਈ ਕਿਸਾਨ ਨੂੰ ਪਿੱਛੇ ਹੀ ਧੱਕੀ ਜਾ ਰਹੀ ਗੌਰਮੈਂਟ, ਆਪਣਾ ਲੈ ਕੇ ਆ ਜਾਂਦੀ ਹਰ ਗੱਲ ਲਈ। ਕਿਸਾਨ ਨੂੰ ਕੀ ਸਬਸਿਡੀਆਂ ਦਿੱਤੀਆਂ ਇਹਨਾਂ ਨੇ ਸਾਨੂੰ ਇਹ ਚੀਜ਼ਾਂ ਦੀਆਂ? ਆਪਾਂ ਅੱਜ ਜਾਂਦੇ ਆ ਇੱਥੋਂ ਇਕੱਠੇ ਹੋ ਕੇ NRI ਜਾਂਦੇ ਆ, ਅਤੇ ਅੱਗੇ ਜਾਂਦਿਆਂ ਨੂੰ ਤਾਂ ਅੱਗੇ ਸਰਕਾਰ ਆ ਉਹਨਾਂ ਦੀ ਏਅਰਪੋਰਟਾਂ ਦੇ ਉੱਤੇ ਫੜ ਕੇ ਅੰਦਰ ਨਾ ਕਰਨਗੇ। ਉਹਦੇ ਬਾਰੇ ਕੀ ਅੱਗੇ ਧੱਕਾ, ਤੇ ਜੇ ਤੁਸੀਂ ਕਹਿੰਦੇ ਧੱਕਾ ਹੋ ਰਿਹਾ ਵਾ, ਫਿਰ ਧੱਕੇ ਦੇ ਉੱਤੇ ਇਹ ਕਿੱਦਾਂ ਹੋਊਗਾ? ਇਹਦੇ ਬਾਰੇ ਦੱਸੋ। ਦੇਖੋ ਜੀ, ਅੰਦਰ ਕਰਦੇ ਸਾਨੂੰ ਤਾਂ ਅੰਦਰ ਜਾਣਾ ਵੀ ਮਨਜ਼ੂਰ ਹੋ ਜਾਊਗਾ। ਫਿਰ ਜ਼ਿਆਦਾਤਰ ਬਹੁਤ ਵਾਰੀ ਕੀ ਹੁੰਦਾ ਆ ਕਿ NRIਆਂ ਦੇ ਉੱਤੇ ਵੀ ਪਰਚੇ ਹੋ ਜਾਂਦੇ ਆ, ਜਾਂ ਪੰਜਾਬ ਦੇ ਵਿੱਚ ਵੀ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਆ ਉਹਨਾਂ ਦੇ ਉੱਤੇ ਪਰਚੇ ਹੋ ਜਾਂਦੇ। ਜਿਵੇਂ ਕਿ ਪਿੱਛੇ ਜੇ ਪੁੱਛਿਆ ਆ ਸਵਾਲ ਕਿ ਇੱਥੋਂ ਜਾਂਦਿਆਂ ਨੂੰ ਕਰ ਸਕਦੇ ਆ, ਅਤੇ ਜਿਹੜਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਜੇ ਤੁਸੀਂ ਅੱਜ ਬੋਲਦੇ ਆ ਇੱਥੇ, ਅੱਜ ਚੈਨਲ ਦੇ ਉੱਤੇ ਏਅਰ 'ਤੇ ਬੋਲ ਰਹੇ ਆ, ਤੁਹਾਡੀ ਆਵਾਜ਼ ਜਿਹੜੀ ਆ ਪੂਰੇ ਪੰਜਾਬ ਨੇ ਸਰਕਾਰ ਤੱਕ ਵੀ ਇਹ ਵੀਡੀਓ ਜਿਹੜੀ ਆ ਪਹੁੰਚਣੀ ਆ। ਤੁਸੀਂ ਆਪਣਾ ਕੋਈ ਵਿਚਾਰ ਪੇਸ਼ ਕਰਦੇ ਆ, ਇਹ 'ਤੇ ਕੋਈ ਐਕਸ਼ਨ ਨਹੀਂ ਆ ਸਕਦਾ, ਪਰ ਸਰਕਾਰਾਂ ਬੈਠੀਆਂ ਇਸ ਕੰਮ ਲਈ। ਪਰ ਸਰਕਾਰਾਂ ਤਾਂ ਕਹਿੰਦੀਆਂ ਆ ਕਿ ਬਾਹਰੋਂ NRI ਪੈਸੇ ਭੇਜ ਕੇ ਪੰਜਾਬ ਨੂੰ ਭੜਕਾਉਂਦੇ ਆ। ਨਹੀਂ, NRI ਪੈਸੇ ਭੇਜਦੇ ਆ, NRIਆਂ ਦਾ ਉਹਨਾਂ ਦੇ ਨਾਲ ਲਿੰਕ ਹੈਗਾ ਆ। NRI ਜਿਹੜੇ ਪੈਸੇ ਭੇਜਦੇ ਆਪਣੇ ਰਿਸ਼ਤੇਦਾਰ ਨੂੰ ਭੇਜਦੇ ਆ, ਜਾਂ ਤਾਂ ਇਹ ਗੱਲ ਕਹੋ ਕਿ NRI ਨੇ ਕਿਸੇ ਅੱਤਵਾਦੀ ਨੂੰ ਪੈਸੇ ਭੇਜੇ ਹੋਣ। ਅਸੀਂ ਮੋਦੀ ਨੂੰ ਵੀ ਠੋਕ ਦਾਂਗੇ ਕਹਿ ਰਹੇ ਨਾ, ਤਾਂ ਅਸੀਂ ਅੰਦਰ ਨਹੀਂ ਜਾ ਸਕਦੇ ਉਹਨਾਂ ਖਾਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਥੋੜ੍ਹੇ ਦਿਨਾਂ ਤੋਂ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ ਜੋ ਗੌਰਮੈਂਟ ਵੱਲੋਂ ਬਿੱਲ ਪਾਸ ਹੋਇਆ ਆ ਉਹਦੇ ਉੱਤੇ ਵਿਰੋਧ ਵਿੱਚ ਆ, ਅਤੇ ਯੂਰਪ ਦੀਆਂ ਸੰਗਤਾਂ ਵਿੱਚ ਵੀ ਬਹੁਤ ਰੋਸ ਪ੍ਰਗਟਿਆ। ਅਤੇ ਕਰਦੇ ਹਾਂ ਗੱਲਬਾਤ ਅੱਜ ਸਪੇਨ ਦੀਆਂ ਜਥੇਬੰਦੀਆਂ, ਬਾਰਸਲੋਨਾ ਜੋ ਇੱਕ ਬਹੁਤ ਵੱਡਾ ਕਸਬਾ ਜਾਂ ਸ਼ਹਿਰ ਲੈ ਲਓ ਸਪੇਨ ਦਾ, ਜਿੱਥੇ ਪੰਜਾਬੀਆਂ ਦੀ ਵਸੋਂ ਬਹੁਤ ਜ਼ਿਆਦਾ ਆ, ਅਤੇ ਇੱਥੋਂ ਦੇ ਬਹੁਤ ਹੀ ਸੂਝਵਾਨ ਵੀਰ ਜੋ ਅੱਜ ਇਕੱਤਰ ਹੋਏ ਆ, ਜੋ ਕਿਸਾਨਾਂ ਦਾ ਬਿੱਲ ਪਾਸ ਹੋਇਆ ਆ, ਜੋ ਗੌਰਮੈਂਟ ਕਹਿ ਰਹੀ ਆ ਕਿ ਉਹਨਾਂ ਦੇ ਹੱਕ ਵਿੱਚ ਆ ਉਹ ਬਿੱਲ, ਅਤੇ ਉਹਦਾ ਵਿਰੋਧ ਕਿਉਂ ਹੋ ਰਿਹਾ ਆ, ਅਤੇ ਕਿਉਂ ਅੱਜ ਇਕੱਤਰ ਹੋ ਕੇ ਧਰਨੇ ਲੱਗ ਰਹੇ ਆ। ਅਤੇ ਆਓ ਕਰਦੇ ਹਾਂ ਗੱਲਬਾਤ ਅੱਜ ਬਾਰਸਲੋਨਾ ਸੈਂਟਰ ਗੁਰੂ ਘਰ ਤੋਂ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਭਾਈ ਸੁਣਾਓ? ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੁਆਰਾ ਬਾਰਸੀਲੋਨਾ ਸਪੇਨ ਸੈਂਟਰ ਤੋਂ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਹੀ ਕਮਿਊਨਿਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੀ ਮਦਦ ਕੀਤੀ ਜਾਵੇ। ਅਸਲ ਕਹਾਣੀ ਇਹ ਹੈ ਕਿ ਇਹ ਸਰਕਾਰ ਇਸ ਵੇਲੇ ਕਹਿ ਰਹੀ ਆ ਕਿ ਜਿਹੜਾ ਬਿੱਲ ਹੈਗਾ ਉਹ ਕਿਸਾਨਾਂ ਦਾ ਹਿੱਤੂ ਆ, ਕਿਸਾਨਾਂ ਦੇ ਭਲੇ ਲਈ ਆ। ਲੇਕਿਨ ਡੈਮੋਕ੍ਰੇਸੀ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ, ਜਿਸ ਬੰਦੇ ਲਈ ਕੋਈ ਚੀਜ਼ ਵੈਲਫੇਅਰ ਲਈ ਬਣਾਈ ਜਾਂਦੀ ਆ, ਘੱਟ ਤੋਂ ਘੱਟ ਉਸ ਬੰਦੇ ਨੂੰ ਪੁੱਛਿਆ ਜਾਵੇ ਜਾਂ ਉਹਨੂੰ ਕਨਵਿੰਸ ਕਰਾਇਆ ਜਾਵੇ। ਲੇਕਿਨ ਇਹ ਬਿੱਲ ਬਣਾਉਣ ਲਈ ਜੋ ਕੁਛ ਵੀ ਕੀਤਾ ਸਰਕਾਰ ਨੇ, ਉਹ ਸਾਰੀਆਂ ਹੀ ਪਾਰਟੀਆਂ ਨੂੰ ਹਨੇਰੇ 'ਚ ਰੱਖ ਕੇ, ਈਵਨ ਇੱਥੇ ਤੱਕ ਕਿ ਰਾਜ ਸਭਾ ਦਾ ਜਿਹੜਾ TV ਚੈਨਲ ਸੀ ਉਹ ਵੀ ਬੰਦ ਕਰਕੇ ਬਿੱਲ ਪਾਸ ਕੀਤਾ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਦੂਸਰੀ ਗੱਲ ਇਹ ਹੈਗੀ ਆ
ਕਿ ਜਿਹੜਾ ਰਾਸ਼ਟਰਪਤੀ ਆ ਉਹ ਇੱਕ ਬਹੁਤ ਹੀ ਸਾਡੇ ਦੇਸ਼ ਦੀ ਸਰਵਉੱਚ ਸੰਸਥਾ ਆ। ਰਾਸ਼ਟਰਪਤੀ ਦਾ ਫਰਜ਼ ਬਣਦਾ ਜਦੋਂ ਉਹਨੂੰ ਪਤਾ ਲੱਗਦਾ ਕਿ ਲੋਕ ਵਿਦਰੋਹ ਕਰ ਰਹੇ ਆ ਤੇ ਉਹਦੇ ਕੋਈ ਰਾਈਟ ਹੈਗਾ ਆ, ਉਹ ਜਿਹੜਾ ਬਿੱਲ ਹੈਗਾ ਉਹਨੂੰ ਵਾਪਸ ਭੇਜ ਸਕਦਾ ਦੁਬਾਰਾ ਰਾਜ ਸਭਾ ਤੇ ਲੋਕ ਸਭਾ ਵਿੱਚ, ਤਾਂ ਕਿ ਉਹਨੂੰ ਰੀਕਨਸੀਡਰ ਕੀਤਾ ਜਾਵੇ। ਲੇਕਿਨ ਹੁਣ ਦੇ ਹਾਲਾਤ ਮੁਤਾਬਕ ਜਿਹੜਾ ਰਾਸ਼ਟਰਪਤੀ ਆ ਵੀ ਇੱਕ ਰਬੜ ਸਟੈਂਪ ਦੇ ਤੌਰ ਦੇ ਉੱਤੇ ਵਰਤਿਆ ਗਿਆ, ਜਿਹਨੇ ਕਿ ਉਸ ਬਿੱਲ ਨੂੰ ਪਾਸ ਕਰਨ ਲਈ ਕੋਈ ਟਾਈਮ ਨਹੀਂ ਲਾਇਆ, ਬਿੱਲ ਪਾਸ ਕਰਤਾ। ਸੋ ਇਸ ਕਰਕੇ ਸਾਡੀ ਪੁਰਜ਼ੋਰ ਇਹ ਬੇਨਤੀ ਹੈਗੀ ਸਰਕਾਰ ਨੂੰ ਵੀ ਬਈ ਉਹ ਆਪਣੇ ਕੀਤੇ ਹੋਏ ਇਸ ਕੰਮ ਨੂੰ, ਜੇ ਉਹ ਕਹਿੰਦੀ ਆ ਕਿ ਅਸੀਂ ਲੋਕ ਭਲਾਈ ਦੇ ਕੰਮ ਕਰ ਰਹੇ ਹਾਂ, ਪਬਲਿਕ ਵੈਲਫੇਅਰ ਦਾ ਕੰਮ ਹੈਗਾ, ਤਾਂ ਉਸ ਵੈਲਫੇਅਰ ਨੂੰ ਪਹਿਲੇ ਪਬਲਿਕ ਨੂੰ ਡੀਲ ਕੀਤਾ ਜਾਵੇ। ਜਿਸ ਕਿੱਤੇ ਦੇ ਨਾਲ ਇਹ ਬਿੱਲ ਪਾਸ ਕੀਤਾ, ਵੈਸੇ ਤਾਂ ਇਹ ਕਾਨੂੰਨ ਬਣ ਗਿਆ, ਬਿੱਲ ਨਹੀਂ ਹੈਗਾ, ਹੁਣ ਇਹ ਕਾਨੂੰਨ ਬਣਾਤਾ ਗਿਆ। ਉਸ ਕਾਨੂੰਨ ਨੂੰ ਘੱਟ ਤੋਂ ਘੱਟ ਉਹਨਾਂ ਲੋਕਾਂ ਦੇ ਨਾਲ ਵਿਚਾਰਿਆ ਜਾਂਦਾ, ਉਹਨਾਂ ਸੰਸਥਾਵਾਂ ਨਾਲ, ਯੂਨੀਅਨ ਨਾਲ ਵਿਚਾਰਿਆ ਜਾਂਦਾ ਜਿਹੜੇ ਕਿ ਉਹਨਾਂ ਨੂੰ ਡੀਲ ਕਰਦੇ ਆ, ਤਾਂ ਕਿ ਉਹਨਾਂ ਨੂੰ ਉਹਨਾਂ ਦੇ ਜੇ ਇਹ ਕਹਿੰਦੇ ਆ ਵੀ ਉਹਦਾ ਫਾਇਦਾ ਸੀ ਤਾਂ ਘੱਟ ਤੋਂ ਘੱਟ ਉਹਨਾਂ ਨੂੰ ਕਨਵਿੰਸ ਕਰਾ ਲੈਂਦੇ ਕਿ ਇਹਨਾਂ ਬਿੱਲਾਂ ਦਾ, ਇਸ ਕਾਨੂੰਨ ਦਾ ਇਹ ਫਾਇਦਾ ਆ। ਜਿਸ ਕਰਕੇ ਇਹ ਨਹੀਂ ਹੋਇਆ, ਜਿਹਦੇ ਸ਼ੱਕ ਹੈਗੀ ਆ ਕਿ ਜੋ ਕੁਝ ਵੀ ਹੋਇਆ ਗਲਤ ਹੋਇਆ। ਲੇਕਿਨ ਅਸੀਂ ਸਾਰਾ ਸਮੂਹ ਪੰਜਾਬੀ ਭਾਈਚਾਰਾ ਅਤੇ ਬਾਹਰ ਰਹਿੰਦੇ ਸਪੇਨ ਦੇ ਲੋਕ ਜਿੰਨੇ ਵੀ ਹੈਗੇ ਆ, ਅਸੀਂ ਆਪਣਿਆਂ ਸਿੱਖਾਂ ਦੇ ਨਾਲ ਨਾਲ ਜਿਹੜੇ ਜ਼ਿਮੀਂਦਾਰ, ਜਿਹੜੇ ਹੋਰ ਕਮਿਊਨਿਟੀਆਂ ਨਾਲ ਜੁੜੀਆਂ ਆ, ਸਾਰਿਆਂ ਦੀ ਅਸੀਂ ਮਦਦ ਲਈ ਖੜ੍ਹੇ ਹਾਂ ਔਰ ਆਪਣਾ ਤਨ ਮਨ ਧਨ ਕਰਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਤੇ ਆਪ ਦਾ ਸ਼ੁਭ ਨਾਮ ਕੀ ਹੈ ਜੀ? ਡਾਕਟਰ ਗੁਰਮੀਤ ਸਿੰਘ। ਡਾਕਟਰ ਗੁਰਮੀਤ ਸਿੰਘ ਜੀ ਨਾਲ ਗੱਲਬਾਤ ਹੋਈ ਅਤੇ ਬਹੁਤ ਹੀ ਇਹਨਾਂ ਨੇ ਵਧੀਆ ਵਿਚਾਰ ਦੱਸਿਆ। ਜਿਵੇਂ ਆਪਾਂ ਕਹਿੰਦੇ ਆ ਕਿ ਯੂਰਪ ਤੋਂ ਆਪਾਂ ਸਾਰੇ ਇਸ ਬਿੱਲ ਦੇ ਹੱਕ ਵਿੱਚ ਨੇਗੇ, ਕਿਸਾਨਾਂ ਦੇ ਨਾਲ ਆ, ਅਤੇ ਬਿੱਲ ਦੇ ਵਿੱਚ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਨਹੀਂ ਪਸੰਦ ਹੈਗੀ, ਜਾਂ ਕੀ ਉਹਦੇ ਵਿੱਚ ਇਹੋ ਜਿਹਾ ਪਾਸ ਕਰ ਦਿੱਤਾ ਜਿਹਦਾ ਕਰਕੇ ਅੱਜ ਕਿਸਾਨ ਜਿਹੜੇ ਆ ਉਹ ਵਿਰੋਧ ਵਿੱਚ ਉਤਰਿਆ? ਇਹ ਜਿਹੜਾ ਬਿੱਲ ਪਾਸ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਜਿਹੜੀ ਅੱਗੇ MST ਦਿੰਦੇ ਸੀਗੇ ਉਹ ਸਰਕਾਰ ਦਿੰਦੀ ਸੀ। ਜਦੋਂ ਹੁਣ ਇਹ ਬਿੱਲ ਪਾਸ ਕੀਤਾ, ਜਾਂ ਤਾਂ ਉਹਦੇ ਵਿੱਚ ਗੌਰਮੈਂਟ ਇਹ ਇੱਕ ਕਲੌਜ਼ ਪਾਉਂਦੀ ਕਿ ਜਿਹੜਾ ਅਸੀਂ ਬਿੱਲ ਪਾਸ ਕੀਤਾ ਇਹਦੇ ਵਿੱਚ ਅਸੀਂ MST ਜਿਹੜੀ ਜਾਰੀ ਰੱਖਾਂਗੇ। ਵਰਬਲੀ ਤਾਂ ਉਹ ਕਹਿ ਰਹੇ ਆ ਕਿ ਅਸੀਂ ਇਹ MSP ਜਿਹੜੀ ਉਹ ਜਾਰੀ ਰੱਖਾਂਗੇ, ਲੇਕਿਨ ਜੇ ਕਾਨੂੰਨ ਪਾਸ ਕੀਤਾ ਤਾਂ ਕਾਨੂੰਨ ਦੇ ਉਹ ਗੱਲ ਲਿਖਣ ਦੇ ਕੋਈ ਇਤਰਾਜ਼ ਨਹੀਂ ਸੀ। ਜਦੋਂ ਉਹ ਕਾਨੂੰਨ ਦੇ ਵਿੱਚ ਗੱਲ ਨਹੀਂ ਲਿਖੀ ਗਈ, ਇਟ ਮੀਨਸ ਕਿ ਸਰਕਾਰ ਦਾ ਜਿਹੜਾ ਆ ਉਹ ਮੁਖੌਟਾ ਹੋਰ ਆ ਅਤੇ ਅੰਦਰੋਂ ਕੁਛ ਹੋਰ ਹੈਗਾ, ਜਿਹਦੇ ਕਰਕੇ ਲੋਕ ਜਿਹੜਾ ਵਿਰੋਧ ਕਰ ਰਹੇ ਔਰ ਵਿਰੋਧ ਬਿਲਕੁਲ ਸੱਚਾ ਆ। ਇੰਨਾ ਵਿਰੋਧ ਹੋਣ ਦੇ ਬਾਵਜੂਦ ਘੱਟ ਤੋਂ ਘੱਟ ਸਰਕਾਰ ਨੂੰ ਚਾਹੀਦਾ ਸੀ ਉਹ MST ਜਿਹੜਾ ਆ ਉਹਨੂੰ ਵੀ ਉਹ ਆਰਟੀਕਲ ਵਿੱਚ ਪਾਉਂਦੇ, ਤਾਂ ਕਿ ਲੋਕਾਂ ਦਾ ਇਹ ਭੁਲੇਖਾ ਦੂਰ ਹੋ ਜਾਂਦਾ। ਉਸ ਤੋਂ ਬਾਅਦ ਦੂਜੀ ਗੱਲ ਇਹ ਆ, ਕਾਰਪੋਰੇਟ ਘਰਾਣਿਆਂ ਨੇ ਤੁਹਾਡੀ ਜਿਹੜੀ ਫਸਲ ਹੈਗੀ ਆ ਉਹ ਇੱਦਾਂ ਨਹੀਂ ਲੈਣੀ ਜਿਸ ਤਰ੍ਹਾਂ ਇਹ ਕਹਿੰਦੇ ਆ। ਉਹਦੇ ਹਿਸਾਬ ਨਾਲ ਉਹਨਾਂ ਨੇ ਜਿਹੜੀ ਹੈਗੀ ਆ ਫਸਲ ਉਹ ਵੱਡੇ ਵੱਡੇ ਇੱਕ ਫਾਰਮ ਬਣਾਉਣਗੇ ਤਾਂ ਲੈਣਗੇ, ਜ਼ਿਮੀਂਦਾਰ ਖਤਮ ਹੋ ਜਾਣਾ। ਫਿਰ ਜ਼ਿਮੀਂਦਾਰ ਜਿਹੜਾ ਆ ਅੱਗੇ ਤਾਂ ਕਹਿੰਦੇ ਖੁਦਕੁਸ਼ੀਆਂ ਕਰਨ ਤੋਂ ਹਟਾਉਣੇ ਆ, ਖੁਦਕੁਸ਼ੀਆਂ ਜ਼ਿਆਦਾ ਕਰਨਗੇ, ਘੱਟ ਨਹੀਂ ਕਰਨਗੇ, ਜ਼ਿਆਦਾ ਕਰਨਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਤੇ ਗੱਲ ਕਰਦੇ ਹਾਂ ਹੁਣ ਗੱਲ ਕਰਦੇ ਹਾਂ ਜੀ ਆਪਣੇ ਕਬੱਡੀ, ਜਿਵੇਂ ਮਾਂ ਖੇਡ ਕਬੱਡੀ ਕਹਿ ਦਈਦਾ ਪੰਜਾਬ ਤੋਂ, ਸਾਡੇ ਬਹੁਤ ਹੀ ਸਤਿਕਾਰਯੋਗ ਸੈਦੋਵਾਲ ਦਾ ਨਾਂ ਸੁਣਿਆ ਹੋਊ, ਜਿੱਥੇ ਬਹੁਤ ਕਬੱਡੀ ਵੱਡੇ ਪੱਧਰ 'ਤੇ ਖੇਡੀ ਜਾਂਦੀ ਆ, ਹਰ ਸਾਲ ਮੈਚ ਵੀ ਹੁੰਦੇ ਆ। ਅਤੇ ਵੀਰੂ ਸੈਦੋਵਾਲ, ਅਤੇ ਸੈਦੋਵਾਲ ਤੋਂ ਆ ਜੀ ਕਰਦੇ ਆ ਇਹਨਾਂ ਨਾਲ ਗੱਲਬਾਤ। ਅਤੇ ਕੱਲ੍ਹ ਵੀ ਇਹਨਾਂ ਦੀ ਜਿਹੜੀ ਆ ਵੀਡੀਓ ਜਿਹੜੀ ਕਾਫੀ ਚਰਚਾ ਦੇ ਵਿੱਚ ਆਈ ਸੀਗੀ, ਅਤੇ ਯੂਰਪ ਦੇ ਵਿੱਚ ਕਾਫੀ ਲੋਕਾਂ ਨੇ ਉਸ ਵੀਡੀਓ ਨੂੰ ਦੇਖਿਆ। ਜਿਵੇਂ ਕਿ ਤੁਸੀਂ ਕੱਲ੍ਹ ਵੀਡੀਓ ਪਾਈ ਸੀਗੀ ਸਰਕਾਰਾਂ ਦੇ ਵਿਰੁੱਧ ਤੁਸੀਂ ਪਾਈ ਸੀ ਕਿ ਸਾਰਿਆਂ ਨੂੰ ਇੱਕ ਏਜੰਡੇ 'ਤੇ ਇਕੱਠੇ ਹੋਣਾ ਚਾਹੀਦਾ ਆ, ਅਤੇ ਕਹਿਣ ਦਾ ਭਾਵ ਆ ਕਿ ਇਸ ਵੇਲੇ ਅਕਾਲੀ ਜਿਹੜੇ ਕਾਂਗਰਸ ਹਰ ਇੱਕ ਕਿਸਾਨਾਂ ਦੇ ਮੁੱਦੇ 'ਤੇ ਖੜੀ ਹੋ ਰਹੀ ਆ, ਅਤੇ ਪਹਿਲਾਂ ਜੋ ਅਕਾਲੀਆਂ ਦਾ ਗੱਠਜੋੜ ਸੀ, ਅਤੇ ਉਹਦੇ ਬਾਰੇ ਤੁਸੀਂ ਦੱਸੋ ਕਿ ਹੁਣ ਤੁਸੀਂ NRI ਇੱਥੋਂ ਵੀਰ, ਆਪਾਂ ਵੀਡੀਓ ਤਾਂ ਪਾਉਂਦੇ ਆ, ਪਰ ਆਪਾਂ ਕੀ ਮਦਦ ਕਰ ਸਕਦੇ ਉਹਨਾਂ ਦੀ, ਕਿੱਦਾਂ ਕਰ ਸਕਦੇ, ਉਹਦੇ ਬਾਰੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਕਿ ਮਦਦ ਆਪਾਂ ਉਹਨਾਂ ਦੀ ਤਾਂ ਕੀ ਕਰਨੀ ਹੈ, ਸਾਡੀ ਆਪਣੀ ਮਦਦ ਹੀ ਆ, ਕਿਉਂਕਿ ਸਾਡਾ ਮਤਲਬ ਆਪਣਾ ਏਜੰਡਾ ਵਾ, ਸਾਡੀ ਆਪਣੀ ਜ਼ਮੀਨ ਆ, ਸਾਡਾ ਸਾਰਾ ਕੁਛ ਉਹ ਹੈਗਾ ਵਾ। ਠੀਕ ਹੈ ਨਹੀਂ, ਅਸੀਂ ਕਿਸਾਨਾਂ ਦੇ ਪੋਤੀ ਆ। ਠੀਕ ਹੈ, ਚਲੋ ਬਾਅਦ 'ਚ ਅਸੀਂ ਬਾਹਰ ਆ ਗਏ ਜਾਂ ਸਾਡੇ ਕਬੱਡੀ ਖੇਡਣ ਲੱਗ ਪਿਆ, ਪਹਿਲਾਂ ਸਾਡਾ ਕਿੱਤਾ ਜਿਹੜਾ ਉਹ ਕਿਸਾਨੀ ਦਾ ਹੀ ਆ, ਸਾਡੇ ਮਾਂ ਪਿਓ ਕਿਸਾਨੀ ਨਾਲ, ਜੇ ਸਾਡੀ ਉਹ ਜੜ ਹੀ ਖਤਮ ਹੋ ਗਈ ਤਾਂ ਫਿਰ ਸਾਡੇ ਪੱਲੇ ਕੀ ਰਹਿ ਜਾਣਾ। ਅਤੇ ਬਾਕੀ ਤੁਸੀਂ ਜਿਹੜੀ ਗੌਰਮੈਂਟਾਂ ਦੀ ਗੱਲ ਕਰਦੇ ਆ, ਗੌਰਮੈਂਟਾਂ ਦੀ ਜੀ ਆਪੋ ਆਪਣੀਆਂ ਸੀਟਾਂ ਨੂੰ ਪਈਆਂ ਹੋਈਆਂ ਵਾ। ਕਾਂਗਰਸ ਤਾਂ ਬੋਲ ਨਹੀਂ ਰਹੀ ਕੁਛ ਵੀ ਕਿਸੇ ਗੱਲ ਦੇ ਮੁੱਦੇ 'ਤੇ, ਕੱਲ੍ਹ ਹੀ ਆ ਉਹ ਆਪਣਾ ਏਜੰਡਾ ਲੈ ਕੇ ਆਉਂਦੇ ਆ ਤਾਂ ਆਪਣਾ ਹੀ ਆਲਾ ਲਾਲਾ ਕਰਾ ਕੇ ਚੱਲ ਜਾਂਦੇ ਆ, ਅਤੇ ਉਹਨਾਂ ਨੂੰ ਵੀ ਇਹ ਗੱਲ ਮਤਲਬ ਨਹੀਂ ਚਾਹੀਦੀ ਹੈਗੀ। ਠੀਕ ਨਹੀਂ, ਅਤੇ ਜਿਹੜਾ ਗੱਲ ਆ ਇਹਦਾ ਦੋਨੇ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਚੱਲਣ, ਪੰਜਾਬ ਦਾ ਸਾਰੇ ਦਾ ਮੁੱਦਾ ਵਾ, ਇਕੱਲਾ ਕਿਸਾਨ ਦਾ ਮੁੱਦਾ ਤਾਂ ਹੈ ਨਹੀਂ ਗਾ ਜੀ। ਠੀਕ ਨਹੀਂ, ਇਹ ਗੌਰਮੈਂਟ ਵੀ ਕਿਸਾਨਾਂ ਦੀ, ਪੰਜਾਬ ਤੁਹਾਨੂੰ ਪਤਾ ਕਾਹਦੇ ਖੇਤੀ ਸਿਰ 'ਤੇ ਹੀ ਆਪਣਾ, ਹੈ ਨਾ, ਅਤੇ ਜੇ ਸਾਡੀ ਖੇਤੀ ਖਤਮ ਹੋ ਗਈ ਤਾਂ ਫਿਰ ਖਤਮ ਆ ਕਹਾਣੀ, ਅਤੇ ਫਿਰ ਗੌਰਮੈਂਟ ਦਾ ਉੱਥੇ ਕੀ ਮਤਲਬ ਰਹਿ ਗਿਆ। ਤੁਸੀਂ ਵੀ ਇਸ ਗੱਲ ਹੀ ਸਿਆਣੇ ਆ, ਬਾਕੀ ਸਾਰਿਆਂ ਨੂੰ ਪਤਾ ਹੀ ਆ, ਅਤੇ ਆਪਾਂ ਤਾਂ ਇਸ ਗੱਲ ਲਈ ਵਿਰੋਧ ਕਰਦੇ ਹਾਂ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਚੱਲੋ, ਇਹ ਪਾਰਟੀਆਂ ਖਤਮ ਕਰੋ, ਆਪੋ ਆਪਣਾ ਜਿਹੜਾ ਏਜੰਡਾ ਲੈ ਕੇ ਆਉਂਦੇ ਆ ਉਹਨੂੰ ਖਤਮ
ਖਤਮ ਕਰਕੇ ਉੱਥੇ ਸਿਰਫ ਤੇ ਸਿਰਫ ਕਿਸਾਨੀ ਮੁੱਦੇ ਦੇ ਵਿੱਚ ਖੜੇ ਹੋਣ। ਖਾਸ ਕਰਕੇ ਸਾਡੇ ਕੈਪਟਨ ਸਾਹਿਬ ਜੀ, ਉਹਨਾਂ ਨੂੰ ਤਾਂ ਬਹੁਤ ਜ਼ਰੂਰੀ ਆ ਇਸ ਮੁੱਦੇ ਦਾ, ਸਭ ਤੋਂ ਪਹਿਲਾਂ ਉਹਨਾਂ ਨੂੰ ਤੁਰਨਾ ਜ਼ਰੂਰੀ ਆ। ਉਹ ਤਾਂ ਕਿਸੇ ਗੱਲ ਲਈ ਬੋਲ ਨਹੀਂ ਰਹੇ, ਇਸ ਕਰਕੇ ਆਪਾਂ ਗੱਲ ਜਿਹੜੀ ਵੀਡੀਓ ਪਾਈ ਸੀ ਉਹਨਾਂ ਦੇ ਵਰਖਲਾਫ ਪਾਈ ਸੀਗੀ। ਬਾਕੀ ਅਸੀਂ ਤਾਂ ਖੜੇ ਹਾਂ, ਇੱਥੋਂ ਜੋ ਵੀ ਸਾਡੇ ਕੋਲ ਸਰਿਆ ਬਣਿਆ ਅਸੀਂ ਪੂਰਾ ਕਰਾਂਗੇ, ਪੂਰਾ ਨਾਲ ਤਹਿ ਦਿਲੋਂ ਤੁਰੇ ਹੋਏ ਹਾਂ ਤਾਂ ਤੁਰਾਂਗੇ। ਭਾਵੇਂ ਸਾਨੂੰ ਇੰਡੀਆ ਵੀ ਜਾਣਾ ਪਵੇ ਤਾਂ ਆਪਾਂ ਜਾਣ ਨੂੰ ਤਿਆਰ ਆ, ਕਿਉਂਕਿ ਜਿਹੜੀ ਚੀਜ਼ ਸਾਡਾ ਹੱਕ ਜਿਹੜਾ ਖੋਹ ਹੋ ਰਿਹਾ, ਜਦ ਦੇਖੋ ਤੁਸੀਂ ਆਪ ਸਿਆਣੇ ਆ, ਪਰਾਲੀ ਦਾ ਇਹਨਾਂ ਨੇ ਮੁੱਦਾ ਰੱਖਿਆ ਜੀ, ਪਰਾਲੀ ਸਾੜੋ, ਪਰਾਲੀ ਸਾੜਨੀ ਬੰਦ ਕਰੋ। ਆਪਣੇ ਕਿਸਾਨਾਂ ਨੇ ਕਿੰਨਾ ਔਖੇ ਹੋ ਕੇ ਸਾਧਨ ਲਏ ਆਪਣੇ, ਠੀਕ ਹੈ, ਕਿੰਨੇ ਔਖੇ ਹੋ ਗਏ, ਕਿਸੇ ਦੀ ਜੇਬ 'ਚ ਪੈਸਾ ਨਹੀਂ, ਪਰ ਉਹਨਾਂ ਨੇ ਫੇਰ ਵੀ ਆਪਣਾ ਪ੍ਰਬੰਧ ਕੀਤਾ। ਜਦ ਗੌਰਮੈਂਟ ਦੇ ਨਾਲ ਉਹ ਤੁਰੇ ਆ, ਉਹਨਾਂ ਨੇ ਗੌਰਮੈਂਟ ਦਾ ਮਤਾ ਪਾਇਆ, ਉਹਨੂੰ ਪਾਸ ਕੀਤਾ, ਉਹ 'ਤੇ ਲਾਗੂ ਵੀ ਹੋਏ ਆ, ਪਰਾਲੀਆਂ ਸਾੜਨੀਆਂ ਬੰਦ ਵੀ ਕੀਤੀਆਂ। ਤਾਂ ਫਿਰ ਗੌਰਮੈਂਟ ਕਿਉਂ ਨਹੀਂ ਸਾਡਾ ਸਾਥ ਦੇ ਰਹੀ? ਜਦੋਂ ਗੌਰਮੈਂਟ ਦਾ ਕੰਮ ਆਉਂਦਾ ਉਦੋਂ ਕਿਸਾਨ ਨੂੰ ਪਿੱਛੇ ਧੱਕਿਆ ਜਾਂਦਾ। ਕਿਸਾਨ ਦੀ ਜਦੋਂ ਗੱਲ ਆਉਂਦੀ ਆ ਤਾਂ ਉਦੋਂ ਉਹਨਾਂ ਦੇ ਪਰਚੇ ਹੋ ਜਾਂਦੇ ਆ ਵੀ ਤੁਸੀਂ ਪਰਾਲੀ ਨੂੰ ਅੱਗ ਕਿੱਦਾਂ ਲਾਤੀ। ਇਹ ਕਿਸਾਨ ਦੇ ਨਾਲ ਗੌਰਮੈਂਟ ਕਿਉਂ ਨਹੀਂ ਤੁਰ ਰਹੀ? ਤੁਸੀਂ ਕਹਿਣ ਦਾ ਭਾਵ ਆ ਕਿ ਕਿਸਾਨਾਂ ਨਾਲ ਧੱਕਾ ਹੋ ਰਿਹਾ ਵਾ। ਧੱਕਾ ਹੋ ਰਿਹਾ। ਦੇਖ ਲਓ, ਕਿਸਾਨ ਹਰ ਗੱਲ ਨੂੰ ਮਨਜ਼ੂਰ ਕਰਦੇ ਆ, ਮੰਨਦੇ ਵੀ ਆ। ਕਿੱਡਾ ਔਖਾ ਪਰਾਲੀ ਨੂੰ, ਮੈਂ ਤਾਂ ਖੇਤੀ ਕਰਕੇ ਆਇਆ ਨਾ, ਹੁਣ 2-3 ਸਾਲ ਮੈਂ ਉੱਥੇ ਲਾ ਕੇ ਆਇਆ, ਕਿੰਨੀ ਔਖੀ ਆ ਜਿਹੜੀ ਪਰਾਲੀ ਖਤਮ ਕਰਦੇ ਆ। ਫਿਰ ਵੀ ਅਸੀਂ ਉਹਨਾਂ ਦੇ ਨਾਲ ਤੁਰੇ ਆ, ਉਹਨਾਂ ਦੀ ਮੰਨੀ ਆ ਗੱਲ, ਪਰ ਗੌਰਮੈਂਟ ਸਾਡੀ ਕਿਉਂ ਨਹੀਂ ਮੰਨਦੀ? ਹਰ ਗੱਲ ਲਈ ਕਿਸਾਨ ਨੂੰ ਪਿੱਛੇ ਧੱਕੀ ਜਾ ਰਹੀ ਗੌਰਮੈਂਟ, ਆਪਣਾ ਲੈ ਕੇ ਆ ਜਾਂਦੀ ਹਰ ਗੱਲ ਲਈ। ਕਿਸਾਨ ਨੂੰ ਕੀ ਸਬਸਿਡੀਆਂ ਦਿੱਤੀਆਂ ਇਹਨਾਂ ਨੇ ਸਾਨੂੰ ਇਹ ਚੀਜ਼ਾਂ ਦੀਆਂ? ਪਰਾਲੀ ਦਾ ਮਤਾ ਤਾਂ ਪਾਤਾ ਜੀ, ਅੱਗ ਨਹੀਂ ਲਾ ਸਕਦੇ। ਜੇ ਸਬਸਿਡੀ ਕੋਈ ਦਿੱਤੀ ਵੀ ਆ ਤਾਂ ਉਹ ਵੀ ਇਹਨਾਂ ਦੇ ਪੈਰਾਂ ਵਿੱਚ ਰਹਿ ਜਾਂਦੀ ਆ। ਜਿਹੜੇ ਇਹਨਾਂ ਦੇ ਹੈਗੇ ਤਿਲ ਫੁੱਲ ਜਿਹੜੇ ਬੰਦੇ ਨਾਲ ਹੁੰਦੇ ਆ, ਉਹ ਆਪ ਹੀ ਖਾ ਖੂ ਕੇ ਉੱਥੇ ਖਤਮ ਕਰ ਜਾਂਦੇ, ਸਹੀ ਬੰਦੇ ਤੱਕ ਤੋਂ ਵੀ ਨਹੀਂ ਜਾਂਦੀ ਹੈਗੀ। ਤੁਸੀਂ ਇਸ ਗੱਲ ਲਈ ਆਪ ਹੀ ਸਿਆਣੇ ਆ, ਦੇਖ ਲਓ। ਬਾਕੀ ਗੱਲ ਤੁਹਾਡੀ ਟੋਕਦਾ ਭਾਅ ਜੀ, ਤੁਸੀਂ ਕਿਹਾ ਆ ਕਿ ਅਸੀਂ ਜੇ ਲੋੜ ਪਈ ਤਾਂ ਜਾਣ ਨੂੰ ਵੀ ਤਿਆਰ ਆ। ਅਤੇ ਜਿਵੇਂ ਕਿ ਸਰਕਾਰ, ਤੁਸੀਂ ਉਹਨਾਂ ਦੀ BJP ਦੀ ਇਸ ਵੇਲੇ ਸਰਕਾਰ ਆ, ਸਰਕਾਰ ਨੇ ਬਿੱਲ ਪਾਸ ਕੀਤਾ, ਤੁਸੀਂ ਇੱਥੋਂ ਜਾਣ ਵਾਸਤੇ ਕਹਿੰਦੇ ਆ। ਹੁਣ ਇੱਥੋਂ ਜਾਂਦੇ ਆ, ਅੱਗੇ ਵੀ ਬਹੁਤ ਸਾਰੇ ਵੀਰ ਜੇ ਏਅਰਪੋਰਟਾਂ ਦੇ ਉੱਤੇ ਜੇ ਅੰਦਰ ਜੇ ਉਹਨਾਂ ਨੂੰ ਪਤਾ ਲੱਗਦਾ ਆ ਕਿ ਅੱਜ ਕਿਸਾਨਾਂ ਦੇ ਨਾਲ ਪੂਰੇ ਯੂਰਪ ਕੀ ਪੂਰੇ ਵਰਲਡ ਦੇ NRI ਖੜੇ ਆ, ਅਤੇ NRI ਬਾਹਰੋਂ ਸਪੋਰਟ ਵੀ ਕਰ ਰਹੇ ਆ। ਅਤੇ ਜਿਵੇਂ ਕਿ ਭਾਜੀ ਹੁਣਾਂ ਨੇ ਦੱਸਿਆ ਕਿ ਅਸੀਂ ਮਨੋ ਧਨੋ ਕਿ ਮਨ ਤੋਂ ਵੀ ਧਨ ਤੋਂ ਵੀ ਤੇ ਨਾਲ ਖੜਾਂਗੇ। ਅਤੇ ਜੇ ਆਪਾਂ ਅੱਜ ਜਾਂਦੇ ਹਾਂ ਇੱਥੋਂ ਇਕੱਠੇ ਹੋ ਕੇ NRI ਜਾਂਦੇ ਆ, ਅਤੇ ਅੱਗੇ ਜਾਂਦਿਆਂ ਨੂੰ ਤਾਂ ਅੱਗੇ ਸਰਕਾਰ ਆ ਉਹਨਾਂ ਦੀ ਏਅਰਪੋਰਟਾਂ ਦੇ ਉੱਤੇ ਫੜ ਕੇ ਅੰਦਰ ਨਾ ਕਰਨਗੇ, ਉਹਦੇ ਬਾਰੇ ਕੀ ਅੱਗੇ ਧੱਕਾ? ਅਤੇ ਜੇ ਤੁਸੀਂ ਕਹਿੰਦੇ ਧੱਕਾ ਹੋ ਰਿਹਾ ਵਾ, ਫਿਰ ਧੱਕੇ ਦੇ ਉੱਤੇ ਇਹ ਕਿੱਦਾਂ ਹੋਊਗਾ? ਇਹਦੇ ਬਾਰੇ ਦੱਸੋ। ਦੇਖੋ ਜੀ, ਅੰਦਰ ਕਰਦੇ ਸਾਨੂੰ ਤਾਂ ਅੰਦਰ ਜਾਣਾ ਵੀ ਮਨਜ਼ੂਰ ਹੋ ਜਾਊਗਾ। ਫਿਰ ਸਹੀ ਆਪਣੇ ਹੱਕ ਲਈ ਤਾਂ ਅਸੀਂ ਕੁਛ ਵੀ ਦੇਣ ਜਾਂ ਕੁਰਬਾਨੀਆਂ ਦੇਣ ਨੂੰ ਤਿਆਰ ਹੋ ਗਏ, ਆਪਾਂ ਆਪਣੇ ਸਿਰ ਲਹਾਉਣ ਨੂੰ ਤਿਆਰ ਹੋ ਗਏ। ਹੁਣ ਪੰਜਾਬ ਦੇ ਵਿੱਚ ਖੜੇ ਨਹੀਂ ਜਿਹੜੇ ਸਾਰੇ ਲਲਕਾਰਦੇ, ਅਗਲੇ ਕਹਿੰਦੇ ਹਾਂ ਵੀ ਅਸੀਂ ਤਾਂ ਸੀਸ ਵੀ ਲਵਾਵਾਂਗੇ ਆਪਣੇ, ਜੇ ਲੋੜ ਪਈ ਤਾਂ ਅਸੀਂ ਮੋਦੀ ਨੂੰ ਵੀ ਠੋਕ ਦਾਂਗੇ, ਕਹਿ ਰਹੇ ਨਾ, ਤਾਂ ਅਸੀਂ ਅੰਦਰ ਨਹੀਂ ਜਾ ਸਕਦੇ ਉਹਨਾਂ ਖਾਤਰ। ਲੈ ਜਾਣਗੇ ਚੱਕ ਕੇ। ਫੇ ਸਾਡੇ ਭਰਾ ਫੇ ਸਾਡੇ ਪਿੱਛੇ ਖੜੇ ਆ, ਸਾਡੇ ਲਈ ਸਟੈਂਡ ਲੈਣ ਨੂੰ ਤਿਆਰ ਆ, ਸਾਡੇ ਲਈ ਉਹ ਨਾਅਰੇ ਲਾਉਣਗੇ, ਸਾਡੇ ਲਈ ਖੜੇ ਆ। ਸਾਨੂੰ ਕੋਈ ਪ੍ਰੋਬਲਮ ਨਹੀਂ, ਜਿੱਥੇ ਵੀ ਸਾਨੂੰ ਜਾਣਾ ਪਵੇ ਅਸੀਂ ਜਾਣ ਨੂੰ ਤਿਆਰ ਆ। ਪੈ ਸਾਨੂੰ ਅੰਦਰ ਲੈ ਜਾਣ, ਚਾਹੇ ਜਿੱਥੇ ਮਰਜ਼ੀ ਸੂਲੀ ਦੇ ਟੰਗ ਲੈਣ, ਜਿੱਦਣ ਅਸੀਂ ਆਏ ਸਿੱਧੇ ਹੋ ਕੇ ਤੁਰਾਂਗੇ ਜੀ। ਇੱਦਾਂ ਦੀ ਪਰਵਾਹ ਆਪਾਂ ਕਰਦੇ ਨਹੀਂ ਹੈਗੇ, ਨਾ ਇੱਦਾਂ ਦੀ ਆਪਾਂ ਨੂੰ ਟੈਨਸ਼ਨ ਹੈਗੀ ਆ ਕਿਸੇ ਗੱਲ ਦੀ, ਠੀਕ ਨਹੀਂ। ਅੰਦਰ ਕਰਨਾ ਅੰਦਰ ਕਰਦੇ, ਜਦੋਂ ਤੁਰੇ ਹੀ ਆ ਫਿਰ ਤੁਰੇ ਹੀ ਆ ਜੀ। ਪੰਜਾਬ ਦੇ ਵਿੱਚ ਹਮੇਸ਼ਾ ਜਿਵੇਂ ਬਰਗਾੜੀ ਮੋਰਚਾ ਲੱਗਾ, ਉਦੋਂ ਪਹਿਲਾਂ ਹੋਰ ਵੀ ਮੋਰਚੇ ਲੱਗਦੇ ਰਹੇ ਆ, ਅਤੇ ਹਮੇਸ਼ਾ ਬਹੁਤ ਵੱਡੇ ਪੱਧਰ 'ਤੇ ਜਿਹੜੇ ਮੋਰਚੇ ਚੱਲੇ ਆ, ਹੈ ਨਾ, ਅਤੇ ਉਹਨਾਂ ਉੱਤੇ NRIਆਂ ਨੇ ਸਾਥ ਦਿੱਤਾ ਆ ਹਮੇਸ਼ਾ। ਇਸ ਵਾਰ ਜਿਹੜਾ ਮੋਰਚਾ ਲੱਗਿਆ ਆ, ਕੀ ਗੱਲ ਇਹ ਫਾਈਨਲ ਤੱਕ ਜਾਊਗਾ ਤੁਹਾਨੂੰ ਲੱਗਦਾ ਇਸ ਗੱਲ? ਦੇਖੋ ਜੀ, ਜਿਹੜਾ ਬਰਗਾੜੀ ਦਾ ਮੋਰਚਾ ਸੀ ਉਹਦੇ ਵਿੱਚ ਆਪਾਂ ਵੀ ਗਏ ਸੀ, ਪਿੰਡੋਂ ਅਸੀਂ ਬੱਸਾਂ ਲੈ ਕੇ ਗਏ ਸੀ ਉਸ ਬਰਗਾੜੀ ਦੇ ਮੋਰਚੇ ਦੇ ਵਿੱਚ ਵੀ। ਉੱਥੇ ਵੀ ਸਾਡੇ ਲੀਡਰ ਸਾਡੇ ਨਾਲ ਦੋਗਲਾਪਾਨੀ ਕਰਦੇ ਰਹੇ ਆ, ਤੁਸੀਂ ਤਾਂ ਖੁਦ ਦੇਖਦੇ ਰਹੇ ਆ ਕੀ ਕੁਛ ਹੁੰਦਾ ਰਿਹਾ ਵਾ। ਅਤੇ ਇੱਥੇ ਹੁਣ ਕਿਸਾਨ ਤਾਂ ਇੱਕ ਹੋ ਚੁੱਕਾ ਵਾ, ਸਾਰੇ ਇੱਕ ਹੋ ਕੇ ਤੁਰੇ ਆ। ਮੈਨੂੰ ਨਹੀਂ ਲੱਗਦਾ ਕਿ ਹੁਣ ਇੱਥੇ ਦੋਗਲਾਪਨ ਚੱਲੂਗਾ ਉਹ ਜਿਹੜਾ ਜੀ। ਇੱਥੇ ਤਾਂ ਹੁਣ ਇੱਕੋ ਹੀ ਮੁੱਠ ਹੋ ਕੇ ਤੁਰੇ ਹੋਏ ਆ। ਜਿਹੜੀਆਂ ਸਾਡੀਆਂ 31 ਜਥੇਬੰਦੀਆਂ ਸੀਗੀਆਂ ਕਿਸਾਨਾਂ ਦੀਆਂ ਯੂਨੀਅਨ ਜਿਹੜੀ ਬਣੀਆਂ ਹੋਈਆਂ ਸੀ, ਉਹ ਵੀ ਇਕੱਠੀਆਂ ਹੋ ਗਈਆਂ ਅੱਜ। ਅਤੇ ਜੇ ਅਸੀਂ ਇਕੱਠੇ ਹੋ ਕੇ ਤੁਰੇ ਆ, ਕੁਛ ਨਾ ਕੁਛ 3 ਗੁਲਾਬ ਲਿਆਵਾਂਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਤੇ ਇਸ ਤੋਂ ਬਾਅਦ ਸਾਡੇ ਯੰਗ ਸਪੋਰਟਸ ਕਲੱਬ, ਜਿਵੇਂ ਕਬੱਡੀ, ਇੱਥੇ ਬਹੁਤ ਸਾਰੇ ਕਲੱਬ ਆ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਆ, ਬੱਚਿਆਂ ਨੂੰ ਕਬੱਡੀ ਵੱਲ ਲਾਉਂਦੇ ਆ, ਅਤੇ ਕਬੱਡੀ ਦੀਆਂ ਟੀਮਾਂ ਜਿਹੜੀਆਂ ਖੇਡਦੀਆਂ ਸਪੇਨ ਵਿੱਚ। ਅਤੇ ਗੱਲ ਕਰਦੇ ਹਾਂ ਸੁੱਖਾ ਭਾਜੀ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਤੁਸੀਂ ਹੁਣੇ ਵਿਚਾਰ ਸੁਣੇ ਆ ਸਾਰਿਆਂ ਦੇ ਕਿ ਇਸ ਵੇਲੇ ਗੱਲਬਾਤ ਜਿਹੜੀ ਆ ਉਹ ਵਿਚਾਰ ਹੋ ਰਿਹਾ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ, ਅਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਅਸੀਂ ਇਹੀ ਕਹਿੰਦੇ ਜੀ, ਅਸੀਂ ਵੀ ਕਿਸਾਨਾਂ ਦੇ ਬੱਚੇ ਆ ਕਿ ਕਿਸਾਨੀ ਤੋਂ ਹੀ ਅਸੀਂ ਉੱਠ ਕੇ ਜੇ ਇੱਥੇ ਵੀ ਆਏ ਵੀ ਆ, ਕਿਸਾਨੀ ਦੇ ਸਿਰ 'ਤੇ ਸਾਰੇ ਜਿੰਨੇ ਵੀ ਅਸੀਂ ਆਏ ਆ ਇੱਥੇ ਆਏ ਆ ਨਾ, ਕਿ ਆਪਾਂ ਕਿਸਾਨਾਂ ਦੇ ਹੱਕ ਵਿੱਚ ਆ, ਹਮੇਸ਼ਾ ਉਹਨਾਂ ਦੇ ਨਾਲ ਖੜ੍ਹੇ ਆ।
ਜਿੱਦਾਂ ਵੀਰੂ ਭਾਜੀ ਨੇ ਕਿਹਾ ਕਿ ਜੇ ਇੰਡੀਆ ਵੀ ਜਾਣਾ ਪੈ ਜਾਵੇ ਇੰਡੀਆ ਵੀ ਜਾਵਾਂਗੇ ਅਤੇ ਅਸੀਂ ਵੀ ਤਿਆਰ ਹਾਂ ਹਰ ਟਾਈਮ, ਕੋਈ ਚੱਕਰ ਨਹੀਂ ਹੈਗਾ। ਮਰਨਾ ਦਾ ਦੇਖੋ ਜੀ ਹਰ ਇੱਕ ਬੰਦੇ ਨੇ ਹੈਗਾ ਆ। ਜੇ ਅਸੀਂ ਆਪਣੇ ਪਰਿਵਾਰ ਲਈ ਜਾਂ ਆਪਣੇ ਕਿਸਾਨੀ ਵਾਸਤੇ ਆਪਣੇ ਧਰਮ ਲਈ ਮਰ ਲਾਂਗੇ, ਮਰਨਾ ਤਾਂ ਇੱਕ ਦਿਨ ਹਰ ਇੱਕ ਬੰਦੇ ਨੇ ਹੈਗਾ। ਜੇ ਅੰਦਰ ਵੀ ਕਰ ਦੇਣਗੇ ਕੋਈ ਚੱਕਰ ਨਹੀਂ ਹੈਗਾ। ਅੱਗੇ ਵੀ ਇੰਨੇ ਲੋਕਾਂ ਨੂੰ ਉਹਨਾਂ ਨੇ ਅੰਦਰ ਕੀਤਾ ਹੀ ਆ, ਕਿਉਂਕਿ ਸਿੱਖਾਂ ਨਾਲ ਤਾਂ ਸ਼ੁਰੂ ਤੋਂ ਧੱਕਾ ਹੀ ਹੁੰਦਾ ਆਇਆ, ਕੋਈ ਇਹਦੇ ਵਿੱਚ ਹੈ ਨਹੀਂ ਰਿਹਾ, ਸ਼ੁਰੂ ਤੋਂ ਧੱਕਾ ਹੀ ਹੋਇਆ ਆ ਸਿੱਖਾਂ ਦੇ ਨਾਲ, ਹੈ ਨਾ। ਅਤੇ ਜੇ ਅਸੀਂ 10 ਬੰਦੇ ਅੰਦਰ ਵੀ ਕਰ ਦੇਣ, ਕਿੰਨੇ ਕੁ ਨੂੰ ਅੰਦਰ ਕਰ ਦੇਣਗੇ, ਹੈ ਨਾ। ਜੇ ਆਪ ਹੀ ਲੋਕ ਇੱਕ ਦੂਸਰੇ ਦੇ ਪਿੱਛੇ ਜਾਵਾਂਗੇ। ਬਾਕੀ ਜਿਹੜੀ ਗੱਲ ਆ ਕਿ ਕਿੰਨਾ ਟਾਈਮ ਮੋਰਚਾ ਚੱਲੂਗਾ, ਬਸ ਇਹ ਆਪਾਂ ਨੂੰ ਇਹੀ ਖਿਆਲ ਰੱਖਣਾ ਪੈਣਾ ਹੈ ਕਿ ਹਮੇਸ਼ਾ ਹੀ ਗੌਰਮੈਂਟ ਨੇ ਇਹੀ ਕੋਸ਼ਿਸ਼ ਕੀਤੀ ਆ, ਉਹਨਾਂ ਨੇ ਆਪਣੇ ਬੰਦੇ ਜਿਹੜੇ ਵਿੱਚ ਬਾੜ ਕੇ ਸ਼ਰਾਰਤੀ ਅਨਸਰ ਜਿਹੜੇ ਸ਼ਰਾਰਤ ਕਰਕੇ ਜਿਹੜਾ ਇਹ ਆਪਣੇ ਜਿਹੜੀਆਂ ਵੀ ਹੁੰਦੀਆਂ ਆ ਇਹਨਾਂ 'ਚ ਪ੍ਰੋਬਲਮ ਕਰਦੇ ਆ, ਜਿਹੜੇ ਕਿ ਪਬਲਿਕ ਪਿੱਛੇ ਹਟ ਜਾਂਦੀ ਹੈ ਇਹਨਾਂ ਚੀਜ਼ਾਂ ਕਰਕੇ। ਆਪਾਂ ਨੂੰ ਬਸ ਇਹ ਖਿਆਲ ਰੱਖਣਾ ਪੈਣਾ ਆ ਸ਼ਰਾਰਤੀ ਅਨਸਰਾਂ ਦੇ ਕੋਲ। ਬਾਕੀ ਜਿਹੜੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਅਸੀਂ ਕਿਸਾਨਾਂ ਦੇ ਨਾਲ ਆ। ਜੇ ਲੋੜ ਪਈ ਕਿਸੇ ਵੀ ਹੱਦ ਤੱਕ ਅਸੀਂ ਹਰ ਟਾਈਮ ਨਾਲ ਖੜ੍ਹੇ ਹਾਂ ਕਿਸਾਨਾਂ ਦੇ। ਇੰਡੀਆ ਜਾਣ ਦੀ ਲੋੜ ਆ, ਕੁਛ ਵੀ ਕਿਸੇ ਵੀ ਹੱਦ ਤੱਕ ਅਸੀਂ ਨਾਲ ਖੜ੍ਹੇ ਹਾਂ ਪੂਰੀ ਤਰ੍ਹਾਂ। ਜਿਵੇਂ ਸਰਕਾਰਾਂ ਕਹਿ ਰਹੀਆਂ ਆ ਕਿ ਜਿਹੜਾ ਇਸ ਵੇਲੇ ਬਿੱਲ ਜਿਹੜਾ ਪਾਸ ਕੀਤਾ ਗਿਆ ਆ, ਜ਼ਿਆਦਾਤਰ ਲੋਕਾਂ ਨੂੰ ਸਮਝ ਨਹੀਂ ਆਈ ਉਸ ਬਿੱਲ ਬਾਰੇ ਕਿ ਇਸ ਬਿੱਲ ਕਹਿ ਕੀ ਗਿਆ ਕਿ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਆ ਕਿ ਵਿੱਚੋਂ ਜਿਹੜੇ ਵਿਚੋਲੀਏ ਆ ਉਹਨਾਂ ਨੂੰ ਕੱਢਣ ਬਾਰੇ ਉਹ ਕਹਿ ਰਹੀ ਸਰਕਾਰ। ਅਤੇ ਜਿਵੇਂ ਅਕਸਰ ਹਮੇਸ਼ਾ ਦੇਖਦੇ ਹਾਂ ਕਿ ਜਦੋਂ ਕਦੇ ਵੀ ਕੋਈ ਇਕੱਠਾ ਹੋ ਕੇ ਕਾਫਲਾ ਚੱਲਦਾ ਆ ਅਤੇ ਬਈ ਕਈ ਵਾਰੀ ਭੀੜ ਦੇ ਵਿੱਚ ਇਨਸਾਨ ਬਹੁਤ ਸਾਰੇ ਤੁਰ ਪੈਂਦੇ ਆ। ਕਿ ਭੀੜ ਦੇ ਵਿੱਚ ਕੀ ਗੱਲ ਬਾਅਦ ਵਿੱਚ ਕਿਤੇ ਇਹ ਤਾਂ ਨਹੀਂ ਨਿਕਲੂਗਾ ਕਿ ਬਿੱਲ ਜਿਹੜਾ ਵਾਕਈ ਉਹ ਹੱਕਾਂ ਵਾਸਤੇ ਸੀਗਾ? ਦੇਖੋ ਜੀ, ਜਿੱਦਾਂ ਕਿ ਆਪਾਂ ਨੂੰ ਪਤਾ ਕਿ ਜਿੰਨੇ ਵੀ ਆਪਣੇ ਪੰਜਾਬ 'ਚ ਕਿਸਾਨ ਆ, ਵਿੱਚੋਂ 80% ਇੱਦਾਂ ਦੇ ਕਿਸਾਨ ਆ ਜਿਨ੍ਹਾਂ ਕੋਲ ਬਹੁਤ ਥੋੜ੍ਹੀ ਜ਼ਮੀਨ ਆ ਜਾਂ ਜ਼ਮੀਨ ਉੱਤੇ ਖੇਤੀ ਕਰਕੇ ਜਿਨ੍ਹਾਂ ਦਾ ਘਰ-ਬਾਰ ਚੱਲਦਾ ਆ। ਅਤੇ ਦੂਜੀ ਗੱਲ ਰਹਿ ਗਈ, ਜਿਹੜੇ ਉਹਨਾਂ ਨੇ ਬਿੱਲ ਪਾਸ ਕੀਤੇ ਗਏ ਆ ਗੌਰਮੈਂਟ ਨੇ, ਉਹਨਾਂ ਨੇ ਕਿਹਾ ਕਿ ਜਿਹੜੀਆਂ ਜੀ ਮੰਡੀਆਂ ਹੀ ਤੁਸੀਂ ਆਪਣੀ ਜੋ ਝੋਨਾ ਕਰਕੇ ਜਿੱਥੇ ਮਰਜ਼ੀ ਵੇਚ ਸਕਦੇ ਆ ਨਾ, ਕਿ ਹੋ ਸਕਦਾ ਉਹ ਸਟਾਰਟਿੰਗ ਵਿੱਚ ਕਿਸਾਨਾਂ ਲਈ ਵਧੀਆ ਕਰਦੇ ਨੇ, ਪਰ ਉਹਨਾਂ ਨੇ ਇੱਕ ਦਿਨ ਇਹੀ ਆਉਣਾ ਆ ਕਿ ਜਿੱਦਣ ਜਿਹੜੀਆਂ ਬਾਹਰਲੀਆਂ ਕੰਪਨੀਆਂ ਆ ਉਹ ਲੀਜ਼ 'ਤੇ ਆਪਣੀਆਂ ਜ਼ਮੀਨਾਂ ਲੈ ਕੇ ਉਹ ਆਪਣੇ ਰੇਟ ਲਾਉਣਗੇ। ਕਿਉਂਕਿ ਜਦੋਂ ਮਾੜਾ ਕਿਸਾਨ ਆ ਜਿਹਦੇ ਕੋਲ ਝੋਨਾ ਕਣਕ ਪਈ ਆ, ਉਹਦੀ ਮਜਬੂਰੀ ਬਣ ਜਾਂਦੀ, ਫਿਰ ਮਾੜਾ ਵੀ ਰੇਟ ਮਿਲਦਾ ਹੋਇਆ ਉਹਨੂੰ ਵੇਚਣੀ ਪੈਣੀ ਉਹਦੇ ਕੋਲ, ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਰਹਿ ਜਾਂਦੀ ਬੰਦੇ ਦੇ ਕੋਲ। ਅਤੇ ਜੇ ਫਿਰ ਗੌਰਮੈਂਟ ਇੰਨਾ ਹੀ ਆ ਨਾ ਕਿ ਕਿਸਾਨਾਂ ਵਾਸਤੇ ਸਹੀ ਕਰ ਰਹੀ ਆ, ਅਤੇ ਗੌਰਮੈਂਟ ਨੂੰ ਚਾਹੀਦਾ ਹੀ ਫਿਰ ਬਿੱਲ ਵਿੱਚ ਲਿਖ ਦਿੰਦੇ ਨਾ, ਜਿਹੜੇ ਗੌਰਮੈਂਟ ਹੀ ਪ੍ਰਾਈਜ਼ ਆ ਉਹ ਵੀ ਬਿੱਲਾਂ ਵਿੱਚ ਲਿਖਦੇ। ਉਹ ਕਿਉਂ ਨਹੀਂ ਲਿਖੇ ਗਏ ਜੇ ਉਹ ਬਾਕੀ ਇਹ ਕਿਸਾਨਾਂ ਵਾਸਤੇ ਆ। ਦੂਜੀ ਗੱਲ ਜਿਹੜੀ ਆ ਜੀ, ਖੇਤੀ ਜਿਹੜੀ ਆ ਉਹ ਕਿਸਾਨ ਕਰਦੇ ਆ, ਕਿਸਾਨਾਂ ਨੂੰ ਜ਼ਿਆਦਾ ਬੈਟਰ ਪਤਾ ਆ ਉਹਨਾਂ ਵਾਸਤੇ ਕੀ ਸਹੀ ਆ ਕੀ ਗਲਤ ਆ। ਗੌਰਮੈਂਟ ਨੂੰ ਚਾਹੀਦਾ ਸੀਗਾ, ਅਤੇ ਗੌਰਮੈਂਟ ਨੇ ਕਿਸੇ ਵੀ ਕਿਸਾਨ ਯੂਨੀਅਨ ਕਿਸੇ ਨਾਲ ਵੀ ਉਹਨਾਂ ਨੇ ਇਸ ਚੀਜ਼ 'ਤੇ ਪਹਿਲਾਂ ਉਹਨਾਂ ਨੇ ਸਲਾਹ ਕੀਤੀ ਗਈ ਕਿ ਹਾਂ ਜੀ ਅਸੀਂ ਆਹ ਚੀਜ਼ ਕਰ ਰਹੇ ਹਾਂ, ਤੁਹਾਡੇ ਲਈ ਸਹੀ ਆ ਜਾਂ ਤੁਸੀਂ ਦੱਸੋ। ਕਿਸੇ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ ਜੀ, ਉਹਨਾਂ ਨੇ ਬਿੱਲ ਪਾਸ ਕਰਕੇ ਜੀ ਛੱਡ ਦਿੱਤੇ ਆ। ਅਤੇ ਬਾਕੀ ਜਿਹੜੀਆਂ ਗੌਰਮੈਂਟਾਂ ਆ ਉਹਨਾਂ ਨੂੰ ਕਾਂਗਰਸ ਅਕਾਲੀ ਕੋਈ ਵੀ ਗੌਰਮੈਂਟ ਆ ਉਹਨਾਂ ਨੂੰ ਆਪਣੀਆਂ ਵੋਟਾਂ ਦੇ ਨਾਲ ਇਸ ਟਾਈਮ ਤੁਸੀਂ ਦੇਖਿਆ ਹੀ ਆ। ਜੇ ਨਹੀਂ ਵਾਕਈ ਉਹਨਾਂ ਨੂੰ ਦੁੱਖ ਹੁੰਦਾ ਉਹਨਾਂ ਨੂੰ ਲੋੜ ਹੀ ਨਹੀਂ ਝੰਡੇ ਆਪਣੇ ਅਕਾਲੀਆਂ ਕਾਂਗਰਸਾਂ ਦੇ ਚੱਕ ਕੇ। ਜੇ ਵਾਕਈ ਹੱਕ ਵਿੱਚ ਆ ਕਿਸਾਨਾਂ ਦੇ ਨਾਲ ਆ ਕੇ ਖੜਨ, ਛੱਡ ਕੇ ਪਾਰਟੀਆਂ ਨੂੰ ਪਿੱਛੇ ਛੱਡ ਕੇ ਕਿਸਾਨਾਂ ਦੇ ਨਾਲ ਆ ਕੇ ਖੜਨ ਜੇ ਵਾਕਈ ਆ। ਅਤੇ ਬਾਕੀ ਆਪਾਂ ਅਪੀਲ ਕਰਦੇ ਪੰਜਾਬ ਵਿੱਚ ਹਰ ਇੱਕ ਬੰਦੇ ਨੂੰ ਕਿ ਜਿਹੜੇ ਵੀ ਅੱਜ ਲੋਕ ਸਿੰਗਰ ਹੋ ਗਏ ਜਾਂ ਕੋਈ ਵੀ ਪੋਲੀਟਿਕਸ ਆ ਕਿਸਾਨਾਂ ਦਾ ਸੁਣਦੇ ਆ ਸਿੰਗਰਾਂ ਨੂੰ ਵੀ, ਹੈ ਨਾ, ਉਹਨਾਂ ਤੋਂ ਹੀ ਬਣਿਆ ਹਰ ਇੱਕ ਬੰਦਾ। ਅਤੇ ਜਿਹੜੇ ਬੰਦੇ ਅੱਜ ਸਪੋਰਟ ਨਹੀਂ ਕਰਦੇ ਸਾਡੇ ਕਿਸਾਨਾਂ ਦੀ, ਕਿ ਪੰਜਾਬ ਦੇ ਲੋਕਾਂ ਨੂੰ ਅੱਜ ਚਾਹੀਦਾ ਉਹਨਾਂ ਨੂੰ ਪੂਰੀ ਤਰ੍ਹਾਂ ਬਾਈਕਾਟ ਕਰ ਦੇਣਾ ਚਾਹੀਦਾ, ਚਾਹੇ ਉਹ ਸਿੰਗਰ ਹੋਵੇ ਚਾਹੇ ਉਹ ਕੋਈ ਪੋਲੀਟਿਕਸ ਬੰਦਾ ਆ, ਉਹਨਾਂ ਨੂੰ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇ। ਉਹਨਾਂ ਲੋਕਾਂ ਨੂੰ ਜਿਹੜੇ ਅੱਜ ਸਾਡੇ ਖਿਲਾਫ ਆ ਜਾਂ ਸਾਡੀ ਸਪੋਰਟ ਨਹੀਂ ਕਰ ਰਹੇ, ਚਾਹੇ ਉਹ ਸਿੰਗਰ ਆ ਚਾਹੇ ਕੋਈ ਆਪਣੇ ਬਾਬੇ ਜਾਂ ਕੋਈ ਕਥਾਵਾਚਕ ਆ, ਕੋਈ ਵੀ ਇਸ ਟਾਈਮ ਹਰ ਇੱਕ ਬੰਦੇ ਨੂੰ ਕਿਸਾਨ ਦੇ ਨਾਲ ਆ ਕੇ ਖੜਨਾ ਚਾਹੀਦਾ। ਪਾਰਟੀਆਂ ਸਭ ਕੁਝ ਛੱਡ ਕੇ ਉਹਨਾਂ ਨੂੰ ਪੂਰੀ ਤਰ੍ਹਾਂ। ਚਲੋ ਇੱਕ
ਜਿਹੜਾ ਤੁਸੀਂ ਸਵਾਲ ਕੀਤਾ ਨਾ ਵੀ ਇਹ ਬਿੱਲ ਦੇ ਵਿੱਚ ਜਿੱਦਾਂ ਹੁਣ ਆਪਾਂ ਨਾ ਤੁਸੀਂ ਦੇਖਦੇ ਹੀ ਆਲੂ ਦੇ ਵਿੱਚ ਕੀ ਹੋ ਰਿਹਾ, ਆਪਣਾ ਮੱਕੀ ਦੇ ਵਿੱਚ ਕੀ ਹੋ ਰਿਹਾ। ਜਿੱਦਣ ਆਲੂ ਚੱਕਣ ਦਾ ਟਾਈਮ ਆਉਂਦਾ ਤਾਂ ਪਹਿਲਾਂ ਲਾਲੇ ਜਿਹੜੇ ਨਾ ਸ਼ਹਿਰ ਦੇ ਵਿੱਚ ਬਹਿ ਕੇ ਮੀਟਿੰਗ ਕਰਕੇ ਆਉਂਦੇ ਆ ਵੀ ਕੀ ਕਰਨਾ, ਆਪਾਂ ਆ ਕੇ ਉਹ ਢੇਰੀ ਦਾ ਰੇਟ ਕੀ ਲਾਉਣਾ। ਉਸ ਤੋਂ ਬਾਅਦ ਖਰਬੂਜੇ ਦਾ ਟਾਈਮ ਆਉਂਦਾ ਤੇ ਪਿੱਛੋਂ ਮਤਾ ਪੈ ਕੇ ਆਉਂਦਾ ਵਾ ਕਿ ਆਪਾਂ ਖਰਬੂਜੇ ਦਾ ਰੇਟ ਕੀ ਆਹ ਕੱਢਣਾ ਵਾ। ਉਹ ਪਹਿਲਾਂ ਆਪਣੀ ਯੂਨੀਅਨ ਦੇ ਵਿੱਚ ਬੈਠ ਕੇ ਗੱਲ ਕਰਦੇ, ਉਹਨਾਂ ਦੀ ਇੱਕੋ ਇੱਕ ਯੂਨੀਅਨ ਹੁੰਦੀ, ਸਾਡੀਆਂ ਕਿਸਾਨਾਂ ਦੀਆਂ 31 ਯੂਨੀਅਨ, ਸਾਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ। ਇਹ ਜਿਹੜਾ ਬਿੱਲ ਆ ਨਾ ਸਾਡੇ ਲਈ ਇਸੇ ਕਰਕੇ ਇਹ ਘਾਟੇ ਬਣਦਾ, ਸਾਨੂੰ ਪਤਾ ਹੀ ਨਹੀਂ ਮੁੜ ਕੇ ਇੱਥੇ ਰੇਟ ਸਾਡੀ ਢੇਰੀ ਦੇ ਆ ਕੇ ਕੀ ਲੱਗਣਾ ਜੀ। ਇਹ ਜਿਹੜੇ ਬਿੱਲ ਦਾ ਮਕਸਦ ਇਹ ਆ, ਜੇ ਹੁਣ ਆਲੂ ਦਾ ਰੇਟ ਆ, ਕੱਚੀ ਫਸਲ ਜਿਹੜੀ ਆ, ਹਰੀ ਫਸਲ ਆ, ਉਹਦਾ ਰੇਟ ਘੱਟ ਵੱਧ ਹੁੰਦਾ ਰਹਿੰਦਾ। ਜਿਹੜੀਆਂ ਇਹ ਤਾਂ 2 ਫਸਲਾਂ ਜਿਨ੍ਹਾਂ ਦਾ ਸਹੀ ਤਰੀਕੇ ਦੇ ਨਾਲ ਰੇਟ ਲੱਗਦਾ, ਸਹੀ ਜੋ ਸਾਡਾ ਗੌਰਮੈਂਟ ਹੀ ਹੁੰਦਾ, ਸਾਨੂੰ ਉਹ 'ਤੇ ਮਾਣ ਹੁੰਦਾ ਕਿ ਸਾਨੂੰ ਆਹ ਰੇਟ ਮਿਲਣਾ ਸਾਡਾ ਜੋ ਵੀ ਹੈਗਾ। ਉਹਦੇ ਵਿੱਚ ਉੱਪਰ ਥੱਲੇ ਰੇਟ ਕਰ ਦਿੰਦੇ ਆ, ਮਰਜ਼ੀ ਨਾਲ ਰੇਟ ਤਾਂ ਲਾ ਦਿੰਦੇ ਆ, ਮਰਜ਼ੀ ਨਾਲ ਥੱਲੇ ਕਰ ਦਿੰਦੇ ਆ। ਇਹ ਜਿਹੜਾ ਬਿੱਲ ਆ ਇਸ ਕਰਕੇ ਇਹ ਅੱਜ 2 ਸਾਲ ਸਾਡੇ ਲਈ ਬਿੱਲ ਵਧੀਆ ਰਹੂਗਾ, ਆਉਣ ਵਾਲੇ ਸਮੇਂ ਲਈ ਸਾਡੇ ਲਈ ਇਹ ਬਿੱਲ ਘਾਟੇ ਬੰਦੀ ਹੀ ਰਹਿਣਾ ਵਾ। ਜੋ ਮਰਜ਼ੀ ਕਰ ਲਓ, ਰੇਟ ਤੁਸੀਂ ਆਪਣੀ ਮਰਜ਼ੀ ਨਾਲ ਲਾਉਣਾ, ਜਿਹੜਾ ਮਰਜ਼ੀ ਲਾ ਦਿਓ, ਜੋ ਮਰਜ਼ੀ ਕਹਿ ਦਿਓ। ਕਦੇ ਉਹਨੂੰ ਗਿੱਲੀ ਵੀ ਕਰ ਦਿੰਦੇ, ਕਦੇ ਉਹਨੂੰ ਸੁੱਕੀ ਵੀ ਕਰ ਦਿੰਦੇ, ਉਹ ਤਾਂ ਆਪਣੇ ਹੱਥ ਵਿੱਚ ਆ ਗਿਆ ਨਹੀਂ। ਇਹ ਬਿੱਲ ਦਾ ਜੀ ਇਹ ਨੁਕਸਾਨ ਆ ਸਾਡੇ ਵਾਸਤੇ ਸਭ ਤੋਂ। ਜਿਵੇਂ ਕਿਹਾ ਜਾਂਦਾ ਆ ਕਿ ਇਹ ਬਿੱਲ ਉਹ ਬਿੱਲ ਆ ਕਿ ਜਿਹੜਾ ਯੂਰਪ ਦੇ ਵਿੱਚ ਟੋਟਲੀ ਫੇਲ ਹੋ ਚੁੱਕਾ ਆ। ਬਿਲਕੁਲ ਜੀ, ਤਾਂ ਸਾਨੂੰ ਆਪਾਂ ਸਾਰਿਆਂ ਦੇਖਦੇ ਹੀ ਆ, ਇੱਥੇ ਵੀ ਹੁਣ ਕਿਸਾਨਾਂ ਦੇ ਨਾਲ ਆਪਾਂ ਕਈ ਵਾਰ ਖੇਤੀ 'ਚ ਜਾਂਦੇ ਹਾਂ, ਉੱਥੇ ਇਹ ਚੀਜ਼ਾਂ ਦਾ ਮਤਾ ਤਾਂ ਖਤਮ ਹੋਇਆ ਚੁੱਕਾ ਵਾ ਤੇ ਸਾਡੀ ਗੌਰਮੈਂਟ ਅੱਜ ਪਾਸ ਕਰੀ ਜਾ ਰਹੀ ਹੈ। ਇੱਕ ਛੋਟਾ ਜਿਹਾ ਸਵਾਲ ਸੀਗਾ ਕਿ ਜਿਵੇਂ ਪਿੰਡਾਂ ਵਾਲੇ ਖੇਤੀਬਾੜੀ ਜ਼ਿਆਦਾ ਪਿੰਡਾਂ ਦੇ ਵਿੱਚ ਹੁੰਦੀ ਆ, ਅਤੇ ਪਿੰਡਾਂ ਵਾਲੇ ਡੇਅਰੀ ਫਾਰਮ ਦਾ ਕੰਮ ਕਰਦੇ ਆ ਅਤੇ ਆਪਣੀ ਖੇਤੀਬਾੜੀ ਦਾ ਕੰਮ ਕਰਦੇ ਆ, ਅਤੇ ਸ਼ਹਿਰਾਂ ਦੇ ਵਿੱਚ ਜਿਹੜੇ ਕੁਛ ਕਿਹੋ ਜਿਹੇ ਆ ਰਿਹਾ ਕਿ ਲੋਕੀ ਸ਼ਹਿਰਾਂ ਦੇ ਕਹਿ ਰਹੇ ਆ ਕਿ ਇਹ ਵਿਰੋਧ ਜਿਹੜਾ ਵਾ ਧਰਨਾ ਆ ਪਿੰਡਾਂ ਵਾਲਿਆਂ ਦਾ, ਜੱਟਾਂ ਦਾ ਖਾਸ ਕਰਕੇ, ਕਿ ਤੁਸੀਂ ਕਿਹੜਾ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਧਰਨਾ ਆ ਜਾਤ ਪਾਤ ਜਾਂ ਜਿਹੜਾ ਸ਼ਹਿਰਾਂ ਵਾਸਤੇ, ਸ਼ਹਿਰਾਂ ਦੇ ਉੱਤੇ ਵੀ ਇਹਦਾ ਕੋਈ ਅਸਰ ਪੈਂਦਾ ਆ? ਦੇਖੋ ਗੱਲ ਇੱਦਾਂ ਵੀ ਆਪਾਂ ਇੱਥੇ ਯੂਰਪ ਦੀ ਗੱਲ ਕਰੀਏ, ਹੁਣ ਤੁਸੀਂ ਦੇਖਦੇ ਆ ਮਾਰਕੀਟਾਂ ਦੇ ਵਿੱਚ ਛੱਲੀਆਂ ਦੇ ਪੈਕ ਆਉਂਦੇ ਆ, ਠੀਕ ਹੈ। ਉਹ ਜਿਹੜਾ ਛੱਲੀਆਂ ਦਾ ਪੈਕ ਆ ਇੱਥੇ ਤੁਹਾਨੂੰ 2 ਰੁਪਏ ਦਾ ਮਿਲਦਾ। ਤੁਸੀਂ ਇੱਥੇ ਪਿੰਡਾਂ 'ਚ ਚਲੇ ਜਾਓ ਜਿੱਥੇ ਮੱਕੀਆਂ ਦੇ ਖੇਤ ਹੈਗੇ ਆ, ਉੱਥੇ ਕੋਈ ਪੁੱਛਦਾ ਹੀ ਨਹੀਂ ਉਹਨਾਂ ਮੱਕੀਆਂ ਨੂੰ, ਠੀਕ ਹੈ ਜੀ। ਇਹ ਕੁਛ ਹੀ ਪੰਜਾਬ 'ਚ ਹੋਣਾ, ਜਿਹੜੀ ਚੀਜ਼ ਹੁਣ ਇਸ ਵੇਲੇ ਮਿਲ ਰਹੀ ਹੈ ਨਾ ਲੋਕਾਂ ਨੂੰ, ਕੋਈ ਰੇਹੜੀਆਂ ਵਾਲਾ ਵੇਚਦਾ ਹੈ, ਇਹਦੇ ਵਿੱਚ ਕਈਆਂ ਬੰਦਿਆਂ ਦੇ ਰੁਜ਼ਗਾਰ ਖੁੱਸ ਜਾਣੇ ਆ। ਇੱਕ ਆੜ੍ਹਤੀਏ ਤੋਂ ਲੈ ਕੇ ਜਿਹੜਾ ਹੈਗਾ ਆ ਪਾਲੇਦਾਰ ਤੋਂ ਲੈ ਕੇ ਆੜ੍ਹਤੀ ਆ, ਔਰ ਜਿਹੜਾ ਰੇਹੜੀ ਲਾਉਣ ਵਾਲਾ ਗਰੀਬ ਬੰਦਾ, ਇਹ ਸਾਰੇ ਬੰਦੇ ਹੀ ਜਿਹੜੇ ਆ ਬਿਲਕੁਲ ਬੇਕਾਰ ਹੋ ਜਾਣਗੇ। ਕਿਸੇ ਦੇ ਪੱਲੇ ਕੁਛ ਨਹੀਂ ਰਹਿਣਾ। ਸਿਰਫ ਇਹ ਕਾਰਪੋਰੇਟ ਘਰਾਣੇ ਜਿਹੜੇ ਆ, ਉਹਨਾਂ ਨੇ ਤੁਹਾਡੀ ਚੀਜ਼ ਚੱਕ ਲੈਣੀ ਆ, ਕੱਚੀ ਚੱਕਣੀ, ਔਰ ਤੁਹਾਨੂੰ ਦੇਣੀ ਪੈਣੀ ਹੈ। ਜਦੋਂ ਉਹਨਾਂ ਨੇ ਤੁਹਾਨੂੰ ਇਹਦੇ ਵਿੱਚ ਇੱਕ ਨਹੀਂ ਚੀਜ਼, ਜਿਹੜੇ ਤੁਹਾਨੂੰ ਬੀਜ ਆ ਉਹ ਵੀ ਉਸ ਕੰਪਨੀ ਨੇ ਦੇਣੇ ਆ। ਉਹ ਕੰਪਨੀ ਤੁਹਾਨੂੰ ਕਿਸ ਰੇਟ 'ਤੇ ਬੀਜ ਦਿੰਦੀ ਆ, ਉਹ ਤੁਹਾਨੂੰ ਪੈਸੇ ਦੇਣੇ ਪੈਣੇ ਆ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਚੀਜ਼ ਚੱਕਣੀ ਆ, ਉਹਦਾ ਉਹਨੇ ਤੁਹਾਨੂੰ ਰੇਟ ਕਹਿਣਾ ਵੀ ਆਹ ਰੇਟ ਆ। ਜੇ ਚੀਜ਼ ਤੁਹਾਡੀ ਜਿਹੜੀ ਆ ਖ਼ਰਾਬ ਹੋ ਗਈ ਕਿਸੇ ਕਲਾਈਮੇਟ ਦੇ ਮੁਤਾਬਕ, ਤਾਂ ਉਹਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲਣਾ। ਜਾਂ ਤਾਂ ਗੌਰਮੈਂਟ ਇਸ ਗੱਲ ਦੀ ਇੰਸ਼ੋਰੈਂਸ ਕਰੇ ਕਿ ਇਹ ਜਿਹੜਾ ਬਿੱਲ ਹੈਗਾ ਆ, ਉਹ ਉਸ ਬੰਦੇ ਨੂੰ ਉਹਦੀ ਪ੍ਰਾਈਸ ਪਲੱਸ ਜੇ ਉਹਦੀ ਕੋਈ ਡੈਮੇਜ ਹੁੰਦੀ ਆ ਤਾਂ ਉਹਦਾ ਕੰਪਨਸੇਸ਼ਨ ਦਿੱਤਾ ਜਾਵੇ। ਇੱਦਾਂ ਦਾ ਕੋਈ ਕੁਛ ਇਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਇਸ ਬਿੱਲ ਵਿੱਚ। ਇਹਦੀ ਮੈਂ ਇੱਕ ਤੁਹਾਨੂੰ ਪੁਰਾਣੀ ਉਦਾਹਰਨ ਦੇਣ ਲੱਗਾ। ਇਹ ਚੱਠੂ ਬੱਟੇ ਸਾਰੇ ਇੱਕੋ ਆ, ਅਕਾਲੀ ਕਾਂਗਰਸੀ ਸਭ ਚੱਠੂ ਬੱਟੇ ਹੈਗੇ, ਸਾਡੇ ਭਰਾ ਆ, ਸਾਡੇ 'ਚੋਂ ਗਏ ਆ, ਸਭ ਚੱਠੂ ਬੱਟੇ ਇੱਕ ਆ। ਤੁਸੀਂ ਦੇਖੋ ਜਦੋਂ ਅਕਾਲੀਆਂ ਦਾ ਰਾਜ ਸੀ, ਇਹਨਾਂ ਨੇ ਥਰਮਲ ਪਲਾਂਟ ਲਾਏ। ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਥਰਮਲ ਪਲਾਂਟ ਜਿਹੜੇ ਕਿਹੜੀਆਂ ਕੰਡੀਸ਼ਨਾਂ 'ਤੇ ਲੱਗੇ, ਕਿਸੇ ਨੂੰ ਪਤਾ? ਕੋਈ ਪਤਾ ਨਹੀਂ। ਹੁਣ ਕਾਂਗਰਸੀ ਆਏ ਆ, ਕਾਂਗਰਸੀ ਆ ਕੇ ਰੌਲਾ ਪਾਉਂਦੇ ਇਸ ਗੱਲ ਦਾ ਕਿ ਜਿਹੜੇ ਉਹ ਥਰਮਲ ਪਲਾਂਟ ਸੀ, ਉਹਨਾਂ ਦੀ ਜਿਹੜੀ ਬਿਜਲੀ ਸਰਪਲਸ ਆ, ਉਹ ਪੰਜਾਬ ਨਹੀਂ ਵਰਤ ਰਿਹਾ। ਲੇਕਿਨ ਉਹ ਥਰਮਲ ਪਲਾਂਟ ਦੀ ਬਿਜਲੀ ਦੇ ਪੈਸੇ ਜਿਹੜੇ ਆ, ਉਹ ਪੰਜਾਬ ਦੀ ਗੌਰਮੈਂਟ ਨੂੰ ਦੇਣੇ ਪੈ ਰਹੇ ਆ। ਉਹ ਪੰਜਾਬ ਦੀ ਗੌਰਮੈਂਟ ਦੇ ਜਿਹੜੇ ਪੈਸੇ ਉਹ ਥਰਮਲ ਪਲਾਂਟਾਂ ਨੂੰ ਬਗੈਰ ਬਿਜਲੀ ਵਰਤ ਤੋਂ ਦੇ ਰਹੀ ਹੈ ਇਸ ਵੇਲੇ ਸਰਕਾਰ, ਉਹ ਕੈਪਟਨ ਆਪਣੇ ਪੱਲਿਓਂ ਨਹੀਂ ਦਿੰਦਾ ਜਾਂ ਕੋਈ ਮਿਨਿਸਟਰ ਆਪਣੇ ਪੱਲੇ, ਉਹ ਲੋਕਾਂ ਦੇ ਲਏ ਹੋਏ ਟੈਕਸ ਆ। ਇਸ ਕਰਕੇ ਉਹਦਾ ਸਿੱਧਾ ਤੌਰ 'ਤੇ ਨੁਕਸਾਨ ਜਿਹੜਾ ਲੋਕਾਂ ਨੂੰ ਆ ਵੀ ਜਿਹੜਾ ਇਹ ਕਹਿਣ ਲੱਗੇ ਆ। ਹੁਣ ਤੁਹਾਨੂੰ ਪਤਾ ਪੰਜਾਬ ਵਿੱਚ ਇਹਨਾਂ ਨੇ 2 ਕੰਟੇਨਰ ਬਣਾ ਲਏ ਆ, ਅੰਬਾਨੀ ਗਰੁੱਪ ਨੇ 2 ਕੰਟੇਨਰ ਬਣਾ ਲਿਆ, ਔਰ ਉਹਦਾ ਉਹਨਾਂ ਨੇ ਜਿਹੜਾ ਗੌਰਮੈਂਟ ਨਾਲ ਲੀਜ਼ ਕਰ ਲਿਆ ਕਿ FCI ਜਿਹੜੀ ਆ ਉਹਨਾਂ ਗਡਾਊਨ ਦਾ ਕਿਰਾਇਆ ਦਊਗੀ, ਚਾਹੇ ਉਹਨਾਂ ਵਿੱਚ ਫਸਲ ਉਹ ਰੱਖਣ ਤੇ ਚਾਹੇ ਨਾ ਰੱਖਣ। ਉਹਦਾ ਨੁਕਸਾਨ ਕਿਹਨੂੰ ਆ? ਆਟੋਮੈਟਿਕਲੀ ਜਿਹੜਾ ਲੋਕ ਹੈਗੇ ਟੈਕਸ ਜਿਹੜਾ ਦਿੰਦੇ, ਲੋਕ ਦਿੰਦੇ, ਕੋਈ ਵੀ, ਚਾਹੇ ਮੋਦੀ ਗੌਰਮੈਂਟ ਆ, ਚਾਹੇ ਕਾਂਗਰਸੀ ਗੌਰਮੈਂਟ ਆ, ਚਾਹੇ ਅਕਾਲੀ ਗੌਰਮੈਂਟ ਆ, ਕੋਈ ਵੀ ਗੌਰਮੈਂਟ ਆਪਣੇ ਪੱਲਿਓਂ ਨਹੀਂ ਸਰਕਾਰ ਚਲਾਉਂਦੀ, ਲੋਕਾਂ ਦੇ ਟੈਕਸਾਂ ਨਾਲ ਚੱਲਦੀ ਆ। ਅਤੇ ਲੋਕਾਂ ਦੇ ਟੈਕਸ ਜਿਹੜੇ ਆ ਲੋਕਾਂ ਕੋਲੋਂ ਹੀ ਜਾਂਦੇ ਆ। ਲੋਕਾਂ ਦੇ ਟੈਕਸ ਜਿਹੜੇ ਆ ਉਹ ਉਹਨਾਂ ਘਰਾਣਿਆਂ ਨੂੰ ਇਸ ਕਰਕੇ ਦਿੱਤੇ ਜਾਂਦੇ ਆ ਕਿ ਉਹਨਾਂ ਕੋਲੋਂ ਇਹ ਜਿਹੜੇ ਆ ਇਲੈਕਸ਼ਨ ਫੰਡ ਲੈਂਦੇ ਆ। ਠੀਕ ਹੈ ਜੀ। ਜਿਹੜਾ ਇੱਕ ਮੈਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ, ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ, ਜਿੱਦਾਂ ਕਿ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਜ਼ਿਮੀਂਦਾਰਾਂ ਨੂੰ ਗਾਹਾਂ ਦੀਆਂ ਇਲੈਕਸ਼ਨਾਂ ਵਿੱਚ ਖੜੇ ਹੋਣਾ ਚਾਹੀਦਾ। ਇਹ ਗੱਲ ਵੱਖਰੀ ਆ ਕਿ ਜਿਹੜੇ ਪਹਿਲਾਂ ਵੀ ਗਏ ਉਹ ਵੀ ਜ਼ਿਮੀਂਦਾਰਾਂ 'ਚੋਂ ਗਏ ਆ। ਉਹ ਜਦੋਂ ਨਾ ਬੰਦਾ ਜਿਹੜਾ ਹੈ ਉਹ ਜਿਹਦੇ ਨਾਲ ਵਿੱਚ ਰਲ ਜਾਂਦਾ ਉੱਦਾਂ ਦਾ ਹੀ ਹੋ ਜਾਂਦਾ। ਠੀਕ ਹੈ ਜੀ। ਇਹ ਘੱਟ ਤੋਂ ਘੱਟ ਜੇ ਹੁਣ ਇਹ ਜ਼ਿਮੀਂਦਾਰ ਉੱਠ ਕੇ ਕੋਈ ਮੂਵਮੈਂਟ ਬਣਾਉਣਗੇ, ਕੋਈ ਇਲੈਕਸ਼ਨ ਪਾਰਟੀ ਦੇ ਵਿੱਚ ਜਾਣਗੇ, ਘੱਟ ਤੋਂ ਘੱਟ 5 ਸਾਲਾਂ ਨੂੰ ਜਦੋਂ ਤੱਕ ਇਹਨਾਂ ਨੇ ਉਹਨਾਂ ਚੋਰਾਂ ਨਾਲ ਰਲਣ ਵਾਲੇ ਬਣਨਾ, ਜਿਹੜੇ ਵੀ ਚੋਣ ਹੋਣ ਕੇ ਜਾਣਗੇ, ਘੱਟ ਤੋਂ ਘੱਟ ਉਹ 'ਤੇ ਕੋਈ ਮਾੜਾ ਮੋਟਾ ਚੰਗਾ ਕੰਮ ਕਰ ਜਾਣਗੇ, ਸ਼ਾਇਦ ਜ਼ਿਮੀਂਦਾਰਾਂ ਦਾ ਕੋਈ ਬਚਾਅ ਹੋ ਜਾਵੇ। ਅਦਰਵਾਈਜ਼ ਜ਼ਿਮੀਂਦਾਰਾਂ ਬਚਾਅ ਨਹੀਂ ਹੋਣਾ। ਆਹ ਜੋ ਕੁਛ ਵੀ ਹੋ ਰਿਹਾ ਇਹਦੇ ਵਿੱਚ ਦੂਜੀ ਗੱਲ ਹੈ ਫਿਲਟਰੇਸ਼ਨ ਨਹੀਂ ਹੋਣੀ ਚਾਹੀਦੀ।
ਜਿਹੜੇ ਪੋਲੀਟੀਕਲ ਬੰਦੇ ਉਹਨਾਂ ਦੀ ਫਿਲਟਰੇਸ਼ਨ, ਜਦੋਂ ਫਿਲਟਰੇਸ਼ਨ ਹੋ ਜਾਣੀ ਆ ਤੁਸੀਂ ਦੇਖਿਓ ਸਾਰੀ ਮੂਵਮੈਂਟ ਜਿਹੜੀ ਆ ਇਹ ਫਲੈਪ ਹੋ ਜਾਣੀ, ਜਿਵੇਂ ਕਿ ਬਰਗਾੜੀ ਮੋਰਚਾ ਹੋਇਆ ਸੀ। ਇਹ ਕੁਝ ਹੀ ਹੋਊਗਾ। ਸੋ ਮੇਰੀ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਆ ਕਿ ਇਹ ਜਿਹੜੇ ਲੀਡਰ ਆ ਇਹਨਾਂ ਨੂੰ ਮਾਰੋ ਮੂਰੋ ਕੁਛ ਨਾ, ਜੇ ਤੁਹਾਡੀ ਸਟੇਜ 'ਤੇ ਆ ਕੇ ਪੈਂਦੇ ਬਹਿ ਲੈਣ ਦਿਓ, ਲੇਕਿਨ ਲੈਕਚਰ ਕਰਾਉਣੇ ਇਹਨਾਂ ਦੇ ਬੰਦ ਕਰੋ। ਜਦੋਂ ਉਸ ਬੰਦੇ ਨੂੰ ਪਤਾ ਲੱਗੂਗਾ ਕਿ ਮੈਨੂੰ ਇਹ ਆਏ ਨੂੰ ਇੱਥੇ ਕੋਈ ਪੁੱਛਦਾ ਹੀ ਨਹੀਂ, ਉਹ ਦੂਜੀ ਵਾਰੀ ਜਾਣ ਤੋਂ ਆਪਣੇ ਆਪ ਹੀ ਗਰੇਜ਼ ਕਰੂਗਾ, ਕਿਉਂਕਿ ਜਿਹੜਾ ਲੀਡਰ ਹੁੰਦਾ ਉਹਨੂੰ ਭੁੱਖ ਹੀ ਹੁੰਦੀ ਕਿ ਮੇਰੇ ਨਾ ਪਿੱਛੇ ਨੂੰ 5-7 ਨਾਅਰੇ ਲਾਉਣ ਵਾਲੇ ਹੋਣ ਤਾਂ ਮੇਰੀ ਬੱਲੇ ਬੱਲੇ ਹੋ ਜਾਵੇ। ਸੋ ਇਸ ਕਰਕੇ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਇਹੀ ਅਪੀਲ ਆ ਕਿ ਉਹ ਬੜੀ ਸ਼ਾਂਤਮਈ ਨਾਲ ਆਪਣੇ ਮੋਰਚੇ ਨੂੰ ਚਲਾਉਣ, ਯੂਨਾਈਟਿਡ ਰੱਖਣ, ਕਿਸੇ ਨੂੰ ਵਿੱਚ ਨਾ ਆਉਣ ਦੇਣ, ਤੇ ਤਾਂ ਇਹ ਸਿਰੇ ਮੋਰਚਾ ਚੜੂਗਾ। ਸਰਕਾਰਾਂ ਹਮੇਸ਼ਾ ਹੀ ਕਹਿੰਦੀਆਂ ਆ ਕਿ ਬਾਹਰੋਂ NRI ਹਮੇਸ਼ਾ ਭਖ ਦੇ ਮੁੱਦਿਆਂ ਦੇ ਉੱਤੇ ਬੋਲਦੇ ਆ, ਭੜਕਾਉਂਦੇ ਆ। ਜ਼ਿਆਦਾਤਰ ਬਹੁਤ ਵਾਰੀ ਕੀ ਹੁੰਦਾ ਆ ਕਿ NRIਆਂ ਦੇ ਉੱਤੇ ਵੀ ਪਰਚੇ ਹੋ ਜਾਂਦੇ ਆ, ਜਾਂ ਪੰਜਾਬ ਦੇ ਵਿੱਚ ਵੀ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਆ ਉਹਨਾਂ ਦੇ ਉੱਤੇ ਪਰਚੇ ਹੋ ਜਾਂਦੇ। ਜਿਵੇਂ ਕਿ ਪਿੱਛੇ ਜੇ ਪੁੱਛਿਆ ਆ ਸਵਾਲ ਕਿ ਇੱਥੋਂ ਜਾਂਦਿਆਂ ਨੂੰ ਕਰ ਸਕਦੇ ਆ, ਅਤੇ ਜਿਹੜਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਜੇ ਤੁਸੀਂ ਅੱਜ ਬੋਲਦੇ ਆ ਇੱਥੇ, ਅੱਜ ਚੈਨਲ ਦੇ ਉੱਤੇ ਏਅਰ 'ਤੇ ਬੋਲ ਰਹੇ ਆ, ਤੁਹਾਡੀ ਆਵਾਜ਼ ਜਿਹੜੀ ਆ ਪੂਰੇ ਪੰਜਾਬ ਨੇ ਸਰਕਾਰ ਤੱਕ ਵੀ ਇਹ ਵੀਡੀਓ ਜਿਹੜੀ ਆ ਪਹੁੰਚਣੀ ਆ। ਜੇ ਸਰਕਾਰਾਂ ਜਿਹੜੀਆਂ ਵਾ ਜਦੋਂ ਵੀ ਕੋਈ ਬੋਲਦਾ ਆ ਉਹਦੀ ਆਵਾਜ਼ ਦੱਬਣ ਵਾਸਤੇ ਜਿਹੜੇ ਪਰਚੇ ਜਾਂ ਆਸੇ-ਪਾਸੇ ਹੁੰਦਾ, ਉਹਦੇ ਬਾਰੇ ਕੀ ਕਹਿਣਾ? ਦੇਖੋ ਇਹ ਜਿਹੜਾ ਮਸਲਾ ਨਾ ਇਹ ਹੈਗੀ ਫਰੀਡਮ ਆਫ ਸਪੀਚ। ਫਰੀਡਮ ਆਫ ਸਪੀਚ ਇੱਕ ਵੱਖਰੀ ਚੀਜ਼ ਆ, ਤੁਸੀਂ ਆਪਣੇ ਵਿਚਾਰ ਜਿਹੜੇ ਪੇਸ਼ ਕਰ ਸਕਦੇ। ਇੱਕ ਹੈਗਾ ਵਾਇਲੇਸ਼ਨ ਆਫ ਲਾ, ਜਿਹੜਾ ਵਾਇਲੇਸ਼ਨ ਆਫ ਲਾ ਹੈਗਾ ਆ, ਜੇ ਤੁਸੀਂ ਉਹ ਭੰਗ ਕਰਦੇ ਆ ਫਿਰ ਤੁਹਾਡੇ ਤੇ ਕੋਈ ਨਾ ਕੋਈ ਐਕਸ਼ਨ ਆਉਂਦਾ ਆ। ਜੇ ਤੁਸੀਂ ਆਪਣਾ ਕੋਈ ਵਿਚਾਰ ਪੇਸ਼ ਕਰਦੇ ਆ ਇਹ ਤੇ ਕੋਈ ਐਕਸ਼ਨ ਨਹੀਂ ਆ ਸਕਦਾ। ਪਰ ਵੋਟਾਂ ਬੈਠੀਆਂ ਇਸ ਕੰਮ ਲਈ। ਪਰ ਸਰਕਾਰਾਂ ਤਾਂ ਕਹਿੰਦੀਆਂ ਆ ਕਿ ਬਾਹਰੋਂ NRI ਪੈਸੇ ਭੇਜ ਕੇ ਪੰਜਾਬ ਨੂੰ ਭੜਕਾਉਂਦੇ ਆ। ਨਹੀਂ, NRI ਪੈਸੇ ਭੇਜਦੇ ਆ, NRIਆਂ ਦਾ ਉਹਨਾਂ ਦੇ ਨਾਲ ਲਿੰਕ ਹੈਗਾ ਆ। NRI ਜਿਹੜੇ ਪੈਸੇ ਭੇਜਦੇ ਆ ਆਪਣੇ ਰਿਸ਼ਤੇਦਾਰ ਨੂੰ ਭੇਜਦੇ ਆ। ਜਾਂ ਤਾਂ ਇਹ ਗੱਲ ਕਹੋ ਕਿ NRI ਨੇ ਕਿਸੇ ਅੱਤਵਾਦੀ ਨੂੰ ਪੈਸੇ ਭੇਜੇ ਹੋਣ, ਫਿਰ ਉਹ ਗੱਲ ਮੰਨੀ ਜਾ ਸਕਦੀ ਆ, ਉਹਦਾ ਪ੍ਰੂਫ ਦੇਣਾ ਪਊਗਾ। ਲੇਕਿਨ ਜੇ ਕੋਈ ਆਪਣੇ ਰਿਲੇਟਿਵ ਨੂੰ ਪੈਸੇ ਦਿੰਦਾ ਉਹਦਾ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਜਦੋਂ ਫਲੱਡ ਆਉਂਦੇ ਆ ਜਾਂ ਹੋਰ ਕੋਈ ਨੈਚੁਰਲ ਕੈਲਮਿਟੀ ਆਉਂਦੀ ਆ, ਉਦੋਂ ਲੋਕੀ ਪੈਸੇ ਭੇਜਦੇ, ਉਦੋਂ ਨਹੀਂ ਸਰਕਾਰਾਂ ਨੂੰ ਪਤਾ ਲੱਗਦਾ ਕਿ ਬਾਹਰੋਂ ਪੈਸੇ ਆਉਂਦੇ ਆ, ਇਹਨਾਂ ਦੇ ਅਕਾਊਂਟ 'ਚ ਜਾਂਦੇ ਆ। ਸਰਕਾਰਾਂ ਕਹਿੰਦੀਆਂ ਵੀ ਬਾਹਰ ਬੈਠ ਕੇ, ਜਿਵੇਂ ਸਾਰੇ ਜ਼ਿਮੀਂਦਾਰਾਂ ਦੇ ਪੋਤੇ ਆ ਇੱਥੇ ਜ਼ਿਆਦਾਤਰ, ਅਤੇ ਸਾਰੇ ਦਰਦ ਰੱਖਦੇ ਆ ਕਿ ਸਰਕਾਰਾਂ ਕਹਿੰਦੀਆਂ ਬਾਹਰ ਬੈਠ ਕੇ ਸੋਚਣਾ ਬੜਾ ਸੌਖਾ ਆ, ਪੰਜਾਬ ਦੇ ਵਿੱਚ ਆ ਕੇ ਦੇਖੋ, ਕਿ ਆ ਕੇ ਰਹੋ ਅਤੇ ਕੰਮ ਕਰੋ, ਤੁਹਾਨੂੰ ਫੇਰ ਪਤਾ ਲੱਗਣਾ। ਕਿਉਂਕਿ ਬਾਹਰੋਂ ਬੋਲਣਾ, ਵੀਡੀਓ ਪਾਉਣੀ ਬੜੀ ਸੌਖੀ ਆ। ਉਹਦੇ ਬਾਰੇ ਕੀ ਕਹਿਣਾ? ਦੇਖੋ ਜਿਹੜੀ ਇਹ ਗੱਲ ਕਰਦੇ ਨਾ ਉਹ ਬਈ ਬਾਹਰੋਂ ਬੋਲਣਾ ਬੜਾ ਸੌਖਾ, ਆ ਜਿੰਨੇ ਇੱਥੇ ਆਏ ਆ ਇਹ ਕਿਤੇ ਅਸਮਾਨੋਂ ਤਾਂ ਡਿਗੇ ਨਹੀਂ, ਸਾਰੇ ਪੰਜਾਬ 'ਚੋਂ ਆਏ ਜਾਂ ਹਰਿਆਣੇ 'ਚੋਂ ਆਏ। ਕਿਉਂ ਆਏ ਆ? ਜੇ ਇਹਨਾਂ ਨੂੰ ਉੱਥੇ ਦਾ ਸਿਸਟਮ ਜਿਹੜਾ ਆ ਉਹ ਅਪ ਟੂ ਡੇਟ ਹੁੰਦਾ, ਜਿਵੇਂ ਕਿ ਇੱਥੇ ਹੈਗਾ, ਇੱਦਾਂ ਦਾ ਹੁੰਦਾ ਤਾਂ ਕਿਸੇ ਨੂੰ ਵੀ ਇੱਥੇ ਆਉਣ ਦੀ ਲੋੜ ਨਹੀਂ ਸੀ। ਇੱਥੇ ਪੜ੍ਹਿਆ ਲਿਖਿਆ ਵਰਗ ਵੀ ਆਇਆ, ਜਿਹੜੇ ਅਨਪੜ੍ਹ ਸੀ ਉਹ ਵੀ ਆਏ, ਸਾਰੇ ਤਰ੍ਹਾਂ ਦੇ ਬੰਦੇ ਆਏ ਆ। ਲੇਕਿਨ ਗੱਲ ਕੀ ਆ, ਲੋਕੀ ਜਿਹੜੇ ਆ ਉਹ ਸਿਸਟਮ ਤੋਂ ਦੁਖੀ ਆ। ਸਿਸਟਮ ਤੋਂ ਦੁਖੀ ਹੋਣ ਕਰਕੇ ਇਹ ਬੰਦਾ ਇੱਥੇ ਨੂੰ ਆਇਆ, ਹੋਰ ਤਾਂ ਕੋਈ ਉੱਦਾਂ ਨਹੀਂ ਆਇਆ। ਹੋਰ ਕੋਈ ਵੀਰ ਕੋਈ ਵਿਚਾਰ? ਹਾਂਜੀ, ਇੱਕ ਹੀ ਜੀ ਅਪੀਲ ਕਰਨਾ ਚਾਹੁੰਦੇ ਆਪਾਂ ਇੰਡੀਆ ਵਿੱਚ ਹਰ ਇੱਕ ਬੰਦੇ ਨੂੰ, ਇੰਡੀਆ ਦੇ, ਕਿਉਂਕਿ ਆਪਾਂ ਨੂੰ ਪਤਾ ਕਿ ਕੋਈ ਵੀ ਕਦੀ ਵੀ ਕੋਈ ਵੀ ਪ੍ਰੋਬਲਮ ਬਣੀ ਹੈ ਇੰਡੀਆ ਵਿੱਚ, ਚਾਹੇ ਕੋਈ ਹੜ੍ਹ ਆਵੇ, ਚਾਹੇ ਕਿਤੇ ਬੰਬ ਬਲਾਸਟ ਜਾਂ ਕੋਈ ਵੀ ਮਾੜਾ ਟਾਈਮ ਆਇਆ, ਆਪਾਂ ਨੂੰ ਸਾਰਿਆਂ ਨੂੰ ਪਤਾ ਸਭ ਨੂੰ ਜਿਹੜੀ ਘੱਟ ਪੋਪੂਲੇਸ਼ਨ ਆ ਉਹ ਆਪਣੀ ਪੋਪੂਲੇਸ਼ਨ ਆ। ਅਤੇ ਲੇਕਿਨ ਜਿੱਥੇ ਵੀ ਪ੍ਰੋਬਲਮ 'ਚ ਕੋਈ ਵੀ ਪ੍ਰੋਬਲਮ ਵਿੱਚ ਆ ਦੁਨੀਆ ਦੇ ਕਿਸੇ ਕੋਨੇ 'ਤੇ ਵੀ, ਉੱਥੇ ਸਭ ਨੂੰ ਪਹਿਲਾਂ ਆਪਣੇ ਲੋਕ ਸਿੱਖ ਉੱਥੇ ਪਹੁੰਚ ਕੇ ਹੈਲਪ ਕਰਦੇ ਆ। ਹਰ ਜਗ੍ਹਾ ਆਪਣੇ ਮਾੜੀ ਚੰਗੀ ਜਗ੍ਹਾ ਭਾਵੇਂ ਨਾ ਹੋਈਏ, ਮਾੜਾ ਜਿਹਦੇ ਵਾਸਤੇ ਟਾਈਮ ਆ ਉੱਥੇ ਹੀ ਖੜ੍ਹਦੇ ਆ ਜਾ ਕੇ। ਅਤੇ ਅੱਜ ਇੰਡੀਆ ਨੂੰ ਵੀ ਚਾਹੀਦਾ ਆ, ਜੇ ਅੱਜ ਕਿਸਾਨਾਂ ਨਾਲ ਸਿੱਖਾਂ ਨਾਲ ਧੱਕਾ ਹੋ ਰਿਹਾ ਆ, ਕਿ ਉਹਨਾਂ ਨੂੰ ਆ ਕੇ ਇਹਨਾਂ ਦੇ ਨਾਲ ਖੜਨਾ ਚਾਹੀਦਾ। ਇਹ ਨਹੀਂ ਦੇਖਣਾ ਚਾਹੀਦਾ ਕਿ ਅਸੀਂ ਕਿਸਾਨ ਨਹੀਂ ਹੈਗੇ, ਸਾਨੂੰ ਕੀ ਲੋੜ ਆ ਨਾ। ਅੱਜ ਹਰ ਇੱਕ ਨੂੰ ਲੋੜ ਆ, ਕਿਉਂਕਿ ਕਿਸਾਨਾਂ ਦੀ ਖੇਤੀ ਜਿਹੜੀ ਉਹੀ ਕਿਸਾਨੀ ਦਾ ਹੀ ਤੁਸੀਂ ਜਿਹੜਾ ਹਰ ਇੱਕ ਬੰਦਾ ਖਾ ਰਿਹਾ ਆ। ਇਸ ਲਈ ਅਸੀਂ ਅਪੀਲ ਕਰਦੇ ਪੂਰੇ ਇੰਡੀਆ ਵਿੱਚ ਕਿ ਹਰ ਇੱਕ ਬੰਦੇ ਨੂੰ ਅਪੀਲ ਕਰਦੇ ਹਾਂ ਕਿ ਸਪੋਰਟ ਕਰੋ ਕਿਸਾਨਾਂ ਦੀ। ਇਹ ਨਾ ਦੇਖੋ ਕਿ ਅਸੀਂ ਕਿਸਾਨ ਹੈਗੇ ਜਾਂ ਅਸੀਂ ਕਿੱਥੋਂ ਬਿਲੋਂਗ ਕਰਦੇ ਜਾਂ ਨਹੀਂ ਕਰਦੇ, ਬਸ ਇਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜਿਵੇਂ ਦੁਨੀਆ ਭਰ ਦੀ ਸਭ ਤੋਂ ਵੱਡੀ ਸੰਸਥਾ ਜਿਹੜੀ ਖਾਲਸਾ ਏਡ ਆ, ਭਾਜੀ ਹੁਣੇ ਦੱਸਿਆ, ਵਾਕਈ ਹੀ ਦੁਨੀਆ ਦੇ ਵਿੱਚ ਇਕੱਲੇ ਕੋਨੇ ਦੇ ਵਿੱਚ ਪਹੁੰਚਦੀ ਆ। ਪੰਜਾਬ ਦੇ ਵਿੱਚ ਵੀ ਇਸ ਵੇਲੇ ਕਿਸਾਨਾਂ ਦੇ ਨਾਲ ਖੜੀ ਆ। ਅਤੇ ਭਾਈ ਰਵੀ ਸਿੰਘ ਲਈ ਜ਼ਰੂਰ ਅਰਦਾਸ ਕਰਿਓ, ਉਹਨਾਂ ਦੀ ਜਿਹੜੀ ਰਿਪੋਰਟ ਆ ਪੋਜ਼ੀਟਿਵ ਆਈ ਆ, ਕਾਫੀ ਜਿਹੜੇ ਗੰਭੀਰ ਹਾਲਾਤ ਵਿੱਚ ਆ। ਅਤੇ ਕਰਦੇ ਹਾਂ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੁਸੀਂ ਕਿੱਦਾਂ ਕਿਸਾਨਾਂ ਨੂੰ ਸਪੋਰਟ ਕਰਦੇ ਆ? ਅੱਜ ਤੁਸੀਂ ਇਸ ਮੀਟਿੰਗ ਦੇ ਵਿੱਚ ਆਏ ਆ, ਕੀ ਤੁਸੀਂ ਸਪੋਰਟ ਕਰ ਸਕਦੇ ਆ, ਕਿੱਦਾਂ ਕਰਦੇ ਆ?
ਅੱਜ ਅਸੀਂ ਇਸ ਮੀਟਿੰਗ ਦੇ ਵਿੱਚ ਹੈ ਜੀ, ਇੱਕ ਮੈਂ ਵੀ ਇੱਕ ਜੱਟ ਜ਼ਿਮੀਂਦਾਰ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਜੋ ਵੀ ਇਹ ਬਿੱਲ ਮਤਾ ਪਾਸ ਹੋਇਆ ਇੰਡੀਆ ਦੇ ਵਿੱਚ ਉਹਦੀ ਅਸੀਂ ਸਖਤ ਵਿਰੋਧ ਕਰਦੇ ਹਾਂ, ਕਿਉਂਕਿ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਿਕਾਏ ਵੀ ਜੋ ਵੀ ਬਿੱਲ ਪਾਸ ਹੋਇਆ, ਜੋ ਵੀ MSP ਜੋ ਵੀ ਰੱਖੀ ਸੀ, ਮਿਨੀਮਮ ਸਪੋਰਟ ਪ੍ਰਾਈਸ ਜੋ ਵੀ ਕਿਸਾਨ ਦੇ ਲਈ ਸੀਗੀ, ਉਹਨੂੰ ਰੱਦ ਕਰ ਦਿੱਤਾ ਗਿਆ। ਤੇ ਅਸੀਂ ਇੱਕ ਰਿਕੁਐਸਟ ਵੀ ਕਰ ਰਹੇ ਹਾਂ ਇੰਡੀਆ ਗੌਰਮੈਂਟ ਨੂੰ, ਤੇ ਇਹ ਕਹਿਣਾ ਚਾਹੁੰਦੇ ਹਾਂ ਕਿ MSP ਲਗਾਤਾਰ ਜਾਰੀ ਰੱਖੇ। ਤੇ ਹੋਰ ਅਸੀਂ ਇਸ ਤੋਂ ਬਿਨਾਂ ਜਿਹੜੇ ਸਾਡੇ ਜਿੰਨੇ ਵੀ ਇੰਡੀਆ ਬੈਠੇ ਭੈਣ ਭਰਾ ਇਹ ਕਿਸੇ ਵੀ ਪਾਰਟੀ ਦਾ ਨਾ ਸਮਰਥਨ ਕਰਨ, ਨਾ ਕਿਸੇ ਵੀ ਪਾਰਟੀ ਦਾ, ਇਹ ਸਿਰਫ ਇਸ ਟਾਈਮ ਇੱਕ ਹੀ ਆਪਣੀ ਏਜੰਡਾ ਕਿਸਾਨੀ ਦਾ, ਨਾ ਅਸੀਂ ਕਿਸੇ ਪਾਰਟੀ ਦੇ ਨਾਲ ਆ, ਇਹ ਸਿਰਫ ਇਸ ਟਾਈਮ ਅਸੀਂ ਮੁੱਦਾ ਕਿਸਾਨੀ ਦਾ ਸਿਰਫ ਇੰਡੀਆ ਬੋਲਣਾ ਚਾਹੁੰਦੇ ਜੀ ਕਿ ਇਸ ਟਾਈਮ ਇੱਕ ਯੂਨਿਟ ਕਰਕੇ ਨਾ ਕਿਸੇ ਪੋਲੀਟਿਕਸ ਦੇ ਮਗਰ ਲੱਗ ਕੇ ਹਿੰਸਾ ਤੋਂ ਦੂਰ ਹੋ ਕੇ ਜੋ ਵੀ ਕਰਨਾ ਪਿਆਰ ਮੁਹੱਬਤ ਨਾਲ ਸਾਰੇ ਮਸਲੇ ਦਾ ਹੱਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਆਰਡੀਨੈਂਸ ਪਾਸ ਹੋਇਆ ਆ, ਉਸ ਆਰਡੀਨੈਂਸ ਬਾਰੇ ਪੜ੍ਹਿਆ ਵੀ ਆ ਕਿ ਉੱਦਾਂ ਹੀ ਆਪਾਂ ਜਿੱਦਾਂ ਸਾਰੇ ਜਣੇ ਲੱਗ ਪਏ ਤੇ ਵਿੱਚ ਕੁਛ ਵਾਰੀ? ਹਾਂਜੀ, ਜੋ ਵੀ ਜਿਹੜਾ ਆਰਡੀਨੈਂਸ ਪਾਸ ਹੋਇਆ, ਜਿੰਨੀ ਜਾਣਕਾਰੀ ਮੈਨੂੰ ਆ, ਜਿੰਨਾ ਕਿ ਮੈਂ ਪੜ੍ਹਿਆ, ਜਿੰਨੀ ਕਿ ਨੌਲੇਜ ਮੈਨੂੰ ਆ। ਖੇਤੀਬਾੜੀ ਵੀ ਕੀਤੀ ਆ? ਹਾਂਜੀ, ਆਪਾਂ ਖੇਤੀਬਾੜੀ ਵੀ ਕੀਤੀ ਆ। ਕਿੰਨਾ ਟਾਈਮ ਕੀਤੀ ਆ? ਮੈਂ ਤਕਰੀਬਨ 3 ਸਾਲ ਕੀਤੀ ਆ, +2 ਤੋਂ ਬਾਅਦ ਮੈਂ ਇੱਥੇ ਆ ਗਿਆ ਸੀਗਾ। ਹਾਂਜੀ। ਅੱਛਾ, ਠੀਕ ਹੈ ਸਿੰਘ। ਹਾਂਜੀ, ਕਿਹੜੀ ਖੇਤੀਬਾੜੀ ਕੀ ਕਰਦੇ? ਆਪਾਂ ਕਣਕ ਝੋਨੇ ਦੀ ਖੇਤੀ ਕਰਦੇ ਨੇ ਇੰਡੀਆ ਵਿੱਚ, ਹੋਰ ਨਹੀਂ ਕੁਛ ਵੀ। ਹਾਂਜੀ, ਬਹੁਤ ਬਹੁਤ ਧੰਨਵਾਦ। ਕੋਈ ਵੀਰ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਤੁਸੀਂ ਭਾਜੀ ਆ ਜਾਓ, ਤੁਸੀਂ ਕੁਛ ਬੋਲੋ, ਆ ਜਾਓ। ਤੇ ਸਾਡੇ ਜਸਵਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਇਹ ਜਿਹੜੇ ਸਾਡੇ ਚੈਨਲ ਹੈ ਉਹਨਾਂ ਦੇ ਸਾਰਿਆਂ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਕਿ ਜਿਹੜੇ ਆਏ ਅਤੇ ਸਾਡੇ ਜਿਹੜੇ NRA ਵੀਰ ਹੈਗੇ ਇੱਥੇ ਸਾਰੇ ਪੰਜਾਬੀ, ਉਹਨਾਂ ਦੀ ਜਿਹੜੀ ਇੱਕ ਮੰਗ ਹੈਗੀ ਹੈ, ਯਾਨੀ ਕਿ ਪੰਜਾਬ 'ਚ ਸਾਡਾ ਜਿਹੜਾ ਫਾਊਂਡੇਸ਼ਨ ਹੈਗੀ ਆ ਉਹ ਕਿਸਾਨ ਹੈਗੀ। ਉੱਥੇ ਸਾਰਾ ਜ਼ਮੀਨ ਹਰ ਚੀਜ਼ ਜਿਹੜੇ ਪੰਜਾਬ ਦੀ ਹੈਗੀ ਆ ਉੱਥੋਂ ਸ਼ੁਰੂ ਹੁੰਦੀ ਹੈ ਕਿ ਕਿਸਾਨ ਤੋਂ ਹੀ। ਅਤੇ ਅਗਰ ਉਹਦੇ ਹੱਕ ਨੂੰ ਜਿਹੜੀ ਗੌਰਮੈਂਟ, ਸੈਂਟਰ ਗੌਰਮੈਂਟ ਹੈ ਜਾਂ ਸਟੇਟ ਗੌਰਮੈਂਟ ਹੈ, ਅਗਰ ਉਹਦੇ ਖਿਲਾਫ ਹੈਗੀ ਹੈ, ਅਸੀਂ ਆਪਣੇ ਜਿੰਨੇ ਕਿਸਾਨ ਵੀਰ ਹੈਗੇ ਆ ਪੰਜਾਬ 'ਚ ਜਾਂ ਹੋਰ ਕਿਤੇ ਵੀ, ਉਹਨਾਂ ਦਾ ਅਸੀਂ ਸਮਰਥਨ ਕਰਦੇ ਹਾਂ ਕਿ ਉਹਨਾਂ ਨਾਲ ਜਿਹੜਾ ਧੱਕਾ ਹੋ ਰਿਹਾ ਜਾਂ ਜਿਹੜਾ ਕਾਨੂੰਨ ਬਣਾਇਆ ਗਿਆ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗਾ। ਅਤੇ ਅਸੀਂ ਸੈਂਟਰ ਗੌਰਮੈਂਟ ਨੂੰ, ਪ੍ਰੈਜ਼ੀਡੈਂਟ ਆਫ ਇੰਡੀਆ ਪਲੱਸ ਜਿੰਨੇ ਵੀ ਹੋਰ ਮਿਨਿਸਟਰ ਹੈ ਉਹਨਾਂ ਨੂੰ ਰਿਕੁਐਸਟ ਕਰਨੇ ਹੈ ਕਿ ਉਹਨਾਂ ਨੂੰ ਰੀਕਨਸੀਡਰ ਕਰਕੇ ਉਹਨਾਂ ਨੂੰ ਫਿਰ ਜਿਹੜੀ ਆਪਣੇ ਕਈ ਵੀਰਾਂ ਨੇ ਦੱਸਿਆ ਕਿ MSB OMST ਜੋ ਵੀ ਹੈ ਉਹ MSB ਆ, ਓਕੇ, MSB ਜਿਹੜੀ ਹੈ ਉਹਨੂੰ ਜਾਰੀ ਰੱਖਣ। ਅਤੇ ਬਾਕੀ ਜੋ ਵੀ ਕਾਨੂੰਨ ਹੈ ਸਾਡੀ ਜਿਹੜੀ ਕੋਈ ਮੰਤਰੀ ਜਾਂ ਕੋਈ ਹੋਰ ਨੁਮਾਇੰਦੇ ਨਾ ਲੈਣ, ਜਿਹੜੇ ਸਾਡੀਆਂ ਕਿਸਾਨ ਯੂਨੀਅਨ ਹੈਗੀਆਂ ਉਹਨਾਂ ਦੇ ਜਿਹੜੇ ਲੀਡਰ ਹੈਗੇ ਉਹਨਾਂ ਨੂੰ ਨਾਲ ਰੱਖ ਕੇ ਜੋ ਵੀ ਮੀਟਿੰਗ ਕੀਤੀ ਜਾਵੇ ਉਹਨਾਂ ਦੇ ਸਾਹਮਣੇ ਕੀਤੀ ਜਾਵੇ, ਔਰ ਜੋ ਵੀ ਕਾਨੂੰਨ ਪਾਸ ਕੀਤਾ ਜਾਵੇ ਉਹ ਉਹਨਾਂ ਦੇ ਸਾਹਮਣੇ ਕੀਤਾ ਜਾਵੇ। ਅਤੇ ਬਾਕੀ ਰਹੀ ਕਿ ਅਸੀਂ ਲੋਕ ਚਾਹੇ NRA ਹੈ, ਚਾਹੇ ਪੰਜਾਬ 'ਚ ਕਿਸਾਨ ਹੈਗੇ ਆ, ਉਹ ਆਪਣੀ ਆਵਾਜ਼ ਉਠਾ ਸਕਦੇ, ਕਿਉਂਕਿ ਇੰਡੀਆ ਇੱਕ ਡੈਮੋਕ੍ਰੇਟਿਕ ਕੰਟਰੀ ਹੈ ਅਤੇ ਹਰ ਬੰਦੇ ਨੂੰ ਆਪਣੀ ਆਵਾਜ਼ ਉਠਾਉਣ ਦਾ ਉੱਥੇ ਹੱਕ ਹੈਗਾ, ਇਹ ਫੰਡਾਮੈਂਟਲ ਰਾਈਟ ਹੈ। ਅਤੇ ਜਿਹੜੇ ਵੀਰ ਅਗਰ ਇੱਥੋਂ ਵੀ ਜਾਂਦੇ ਆ, ਅਗਰ ਗੌਰਮੈਂਟ ਆਫ ਇੰਡੀਆ ਉਹਨਾਂ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਹ ਕਾਨੂੰਨ ਦੇ ਬਰਖਲਾਫ ਹੋਣਗੇ। ਅਤੇ ਬਾਕੀ ਅਸੀਂ ਫਿਰ ਇਹੀ ਲਾਸਟ ਤੁਸੀਂ ਗੱਲ ਕਰਦੇ ਸੀਗੇ ਹੁਣੇ ਅਤੇ ਵਿਚਾਰ ਦਿੱਤਾ ਸੀ ਇੰਡੀਆ ਦੇ ਵਿੱਚ, ਹੁਣ UP ਦੀ ਗੱਲ ਲਾ ਲਓ, UP ਦੇ ਵਿੱਚ BJP ਦੀ ਸਰਕਾਰ ਆ ਅਤੇ ਉੱਥੇ ਬਲਾਤਕਾਰ ਕੁੜੀ ਦਾ ਹੋਇਆ ਆ। ਹਾਂਜੀ, ਅਤੇ ਕਾਂਗਰਸ ਸਰਕਾਰ ਜਾਂ ਲੋਕ ਧਰਨੇ 'ਤੇ ਬਹਿਣਾ ਚਾਹੁੰਦੇ ਆ ਅਤੇ ਉਹਨਾਂ ਨੂੰ ਉੱਥੇ ਤੋਂ ਕਟਾਪਾ ਅੱਜ ਵੀਡੀਓ ਜਿੰਨੀਆਂ ਵੀ ਪੰਜਾਬ ਤੋਂ ਆਈਆਂ ਆ, ਕੀ ਗੱਲ ਉਹ ਧੱਕਾ ਨਹੀਂ ਸਾਰੇ ਬੰਨੇ ਅਤੇ ਜਿੰਨਾ ਵੀ ਹੋ ਰਿਹਾ ਆ, ਅਤੇ ਇਹ ਕਿੱਥੇ ਆਵਾਜ਼ ਹੋ ਸਕਦੀ? ਇਹ ਜਿਹੜੀ ਦੇਖੋ ਜੀ, ਚਾਹੇ ਗੌਰਮੈਂਟ ਕੋਈ ਵੀ ਹੋਵੇ, ਸਾਡੀਆਂ ਇੰਡੀਆ ਦੀਆਂ ਜਾਂ ਕਿਤੇ ਵੀ ਦੂਸਰੀ ਦੁਨੀਆ 'ਚ, ਕਹਿਣ ਦਾ ਭਾਵ ਹੈ ਜਿੱਥੇ ਸਰਕਾਰਾਂ ਦੀ ਆਪਦਾ ਰਾਜ ਆ, ਜਿੱਥੇ ਹੁਣ ਪੰਜਾਬ ਦੇ ਵਿੱਚ BJP ਦੀ ਸਰਕਾਰ ਨੇਗੀ, ਕਾਲੀਆਂ ਦਾ ਗੱਠਜੋੜ ਸੀ, ਕਾਲੀਆਂ ਨੇ ਗੱਠਜੋੜ ਤੋੜਿਆ। ਹੁਣ UP ਦੇ ਵਿੱਚ ਭਾਜਪਾ ਦੀ ਸਰਕਾਰ ਆ, BJP ਦੀ ਸਰਕਾਰ ਆ, ਉੱਥੇ ਇੱਕ ਕੁੜੀ ਦਾ ਬਲਾਤਕਾਰ ਹੁੰਦਾ ਆ, ਹੈ ਨਾ, ਅਤੇ ਉੱਥੇ ਸਰਕਾਰ ਜਿਹੜੀ ਪਬਲਿਕ ਨਾਲ ਧੱਕਾ ਕਰਦੀ ਆ, ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਰੋਜ਼ ਕੁੱਟ? ਹਾਂ, ਜਿਹੜੀ ਵੀ ਸਰਕਾਰ ਉੱਥੇ ਬੈਠੀ, ਚਾਹੇ BJP ਹੋ ਚਾਹੇ ਦੂਸਰੀ ਹੋ, ਤੁਸੀਂ ਦੱਸਿਆ ਕਿ ਉੱਥੇ BJP ਹੈਗੀ ਆ, ਜਿਹੜਾ ਲੋਕਾਂ ਨਾਲ ਧੱਕਾ ਕਰ ਰਹੀ ਆ, ਉਹ ਬਿਲਕੁਲ ਗਲਤ ਹੈ। ਉਹ ਇੱਕ ਜਿਹੜਾ ਸਾਡਾ ਇੱਕ ਮੂਲ ਅਧਿਕਾਰ ਹੈ ਉਹਦੇ ਖਿਲਾਫ ਹੈ। ਅਤੇ ਜਿਹੜੀ ਵੀ ਧੀਆਂ ਭੈਣਾਂ ਨਾਲ ਕੋਈ ਇੱਦਾਂ ਗਲਤ ਹੁੰਦਾ ਹੈ ਆਪਣੇ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ, ਉਹ
ਜਿਹੜੇ ਲੋਕੀ ਹੈਗੇ ਆ ਉਹ ਆਪਣੀ ਆਵਾਜ਼ ਆਵਾਜ਼ ਉਠਾ ਸਕਦੇ ਆ। ਆਪਣੀ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਬਚਾਉਣ ਵਾਸਤੇ ਉਹ ਕੁਝ ਵੀ ਕਰਨ, ਉਹਨਾਂ ਦਾ ਹੱਕ ਹੈਗਾ। ਤੇ ਇਹਦੇ ਵਿੱਚ ਚਾਹੇ BJP ਹੋ ਚਾਹੇ ਕਿਸੇ ਹੋਰ ਵੀ ਸਟੇਟ 'ਚ ਕੁਛ ਇੱਦਾਂ ਹੁੰਦਾ, ਉਹ ਗੌਰਮੈਂਟ ਬਿਲਕੁਲ ਗਲਤ ਹੈਗੀ ਆ। ਤੇ ਜਿਹੜਾ ਲੋਕਾਂ ਦਾ ਹੱਕ ਹੈ ਉਹਨਾਂ ਨੂੰ ਦਿੱਤਾ ਜਾਏ। ਉਹਨਾਂ ਦੇ ਜਿਹੜੇ ਕੁੜੀ ਦਾ ਮਾਮਲਾ ਦੱਸ ਰਹੇ ਕਿ ਬਲਾਤਕਾਰ ਹੋਇਆ, ਉਹ ਬਿਲਕੁਲ ਗਲਤ ਹੈਗਾ। ਤੇ ਜਿਹੜੇ ਉਹਦੇ ਦੋਸ਼ੀ ਹੈਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੜ੍ਹ ਕੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। ਬਹੁਤ ਬਹੁਤ ਧੰਨਵਾਦ। ਤੇ ਨਾਲ ਇਹ ਹੈਗੇ ਇੱਥੋਂ ਸਮਾਜ ਸੇਵੀ ਵੀ ਆ ਤੇ ਕਾਫੀ ਸਮਾਜ ਸੇਵਾਵਾਂ ਵੀ ਕਰ ਰਹੇ ਆ ਕਿ ਕਿਸੇ ਨੂੰ ਵੀ ਕਦੇ ਲੋੜ ਪੈਂਦੀ ਆ ਤਾਂ ਉਹਦੇ ਨਾਲ ਵੀ ਜਾ ਕੇ ਆਪਣਾ ਟਾਈਮ ਜਿਹੜਾ ਸਪੈਂਡ ਕਰਦੇ ਆ। ਤਾਂ ਬਹੁਤ ਬਹੁਤ ਧੰਨਵਾਦ ਜਸਵਾਲ ਜੀ। ਧੰਨਵਾਦ ਜੀ। ਹਾਂਜੀ, ਤੁਸੀਂ ਕਹਿਣਾ ਚਾਹੁੰਦੇ? ਹਾਂਜੀ, ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ। ਜਿਹੜਾ ਇਹ ਗੌਰਮੈਂਟ ਨੇ ਪਹਿਲੇ ਆਰਡੀਨੈਂਸ ਹੀ, ਆਪਾਂ ਹੁਣ ਪ੍ਰੈਸ ਰਿਪੋਰਟਰ ਸਾਹਿਬ ਜੀ, ਇਹ ਆਰਡੀਨੈਂਸ ਨਹੀਂ ਹੋਣਾ ਹੈਗਾ, ਹੁਣ ਇਹ ਬਿੱਲ ਬਣ ਚੁੱਕਾ। ਬਿੱਲ ਬਣ ਚੁੱਕਾ। ਇਹਨੂੰ ਹੁਣ ਜੇ ਭੰਗ ਕਰਨਾ ਹੋਊਗਾ ਤਾਂ ਫਿਰ ਮੁੜ ਕੇ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਦੁਆਰਾ ਜਾਣਾ ਪਊਗਾ। ਉੱਥੇ ਮੈਜੋਰਟੀ ਨਾਲ ਇਹ ਭੰਗ ਹੋਣਾ, ਉੱਦਾਂ ਭੰਗ ਨਹੀਂ ਹੋਣਾ। ਪਰ ਇਹ ਕਿਉਂਕਿ ਡੈਮੋਕ੍ਰੇਸੀ ਆ, ਸਰਕਾਰ ਡੈਮੋਕ੍ਰੇਸੀ ਨਾਲ ਚੁਣੀ ਜਾਂਦੀ ਆ। ਉਦੋਂ ਅਸੀਂ ਜਦੋਂ ਵੋਟਾਂ ਲੈਣੀਆਂ ਅਸੀਂ ਲੋਕਾਂ ਮੂਹਰੇ ਜਾ ਕੇ ਹੱਥ ਅੱਡ ਕੇ ਵੋਟਾਂ ਪਾਉਂਦੇ, ਚਾਹੇ ਉਹ ਪੜ੍ਹਿਆ ਲਿਖਿਆ ਅਤੇ ਚਾਹੇ ਅਨਪੜ੍ਹ ਆ। ਵੋਟ ਦਾ ਅਧਿਕਾਰ ਸਭ ਨੂੰ ਦਾ, ਵੋਟਾਂ ਨਾਲ ਇਹ ਸਰਕਾਰ ਬਣਦੀ ਆ। ਮੇਰੀ ਸਰਕਾਰ ਨੂੰ ਇੱਕ ਹੱਥ ਬੰਨ੍ਹ ਕੇ ਬੇਨਤੀ ਆ ਕਿ ਜੇ ਹੁਣ ਤੁਸੀਂ ਇਹ ਕਾਨੂੰਨ ਬਣਾਇਆ, ਕਾਨੂੰਨ ਬਣਾਉਣ ਤੋਂ ਪਹਿਲਾਂ ਜਿਵੇਂ ਕਿ ਹਰ ਸਟੇਟ ਦੇ ਵਿੱਚ ਇੰਟੈਲੈਕਚੁਅਲ ਹੈਗੇ ਆ, ਜਿਹੜੇ ਐਕਸਪਰਟ ਹੈਗੇ ਖੇਤੀਬਾੜੀ ਦੇ, ਉਹਨਾਂ ਦੇ ਨਾਲ ਗਰੁੱਪ ਬਣਾ ਕੇ ਕੋਈ ਮੀਟਿੰਗਾਂ ਕਰਦੇ, ਉਹਨਾਂ ਨੂੰ ਸਮਝਾਉਂਦੇ ਕਿ ਇਸ ਆਰਡੀਨੈਂਸ ਨਾਲ ਜ਼ਿਮੀਂਦਾਰਾਂ ਨੂੰ ਇਹ ਫਾਇਦਾ ਹੋਣਾ ਸੀ। ਉਹ ਤੁਹਾਨੂੰ ਰਾਏ ਦਿੰਦੇ ਕਿ ਹਾਂ ਇਹਦੇ ਨਾਲ ਫਾਇਦਾ ਹੋਣਾ। ਮੇਰੀ ਇੱਕ ਦਿਨ ਅੱਗੇ ਵੀ ਇੱਕ ਇੰਟਰਵਿਊ ਹੋਈ ਸੀ ਚੈਨਲ 'ਤੇ, ਮੈਂ ਉੱਥੇ ਵੀ ਇਹ ਬੇਨਤੀ ਕੀਤੀ ਸੀ ਕਿ ਘੱਟ ਤੋਂ ਘੱਟ ਐਕਸਪਰਟ ਦੀ ਰਾਏ ਲੈ ਕੇ ਹੀ ਲੋਕਾਂ ਨੂੰ ਕਨਵਿੰਸ ਕਰਾਇਆ ਜਾ ਸਕਦਾ। ਜੇ ਤਾਂ ਐਕਸਪਰਟ ਕਹਿੰਦੇ ਆ ਕਿ ਇਹ ਜਿਹੜਾ ਹੈਗਾ ਆ, ਇਹ ਕਾਨੂੰਨ ਜਿਹੜਾ ਆ ਇਹ ਵਧੀਆ ਆ, ਅਤੇ ਲੋਕੀ ਸਮਝ ਲੈਣਗੇ। ਕਿਉਂਕਿ ਐਕਸਪਰਟ ਦੀ ਰਾਏ ਲੋਕੀ ਜਿਹੜੇ ਲੈਂਦੇ ਆ, ਜੇ ਐਕਸਪਰਟ ਜਿਹੜੇ ਆ ਉਹ ਕਹਿੰਦੇ ਇਹਨਾਂ ਵਿੱਚ ਖਾਮੀਆਂ, ਤਾਂ ਸਰਕਾਰ ਨੂੰ ਇੱਕ ਡੈਮੋਕ੍ਰੇਸੀ ਦੇ ਮੁਤਾਬਕ ਉਹਨਾਂ ਦੀ ਗੱਲ ਮੰਨ ਕੇ ਉਹਨੂੰ ਵਿੱਚ ਜਿਹੜੀ ਆ ਅਮੈਂਡਮੈਂਟ ਕਰਨੀ ਚਾਹੀਦੀ ਆ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕ ਸਿੰਘ ਬਾਰਸਲੋਨਾ ਤੋਂ ਕੈਮਰਾਮੈਨ ਗੁਰਮੁਖ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।